ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਜੱਜਾਂ ਦੀ ਚੋਣ ਅਤੇ ਨਿਯੁਕਤੀਆਂ ਦਾ ਕਾਇਦਾ ਕਾਨੂੰਨ ਕੀ ਹੋਣਾ ਚਾਹੀਦਾ ਹੈ? ਇਹੋ ਸਵਾਲ ਹੁਣ ਸੰਵਿਧਾਨਕ ਸੋਧ ਦਾ ਸਬਬ ਬਣਨ ਜਾ ਰਿਹਾ ਹੈ। ਕੋਲੀਜੀਅਮ ਦੀ ਥਾਂ ਹੁਣ ਜੱਜਾਂ ਦੀ ਚੋਣ ਅਤੇ ਨਿਯੁਕਤੀ ਲਈ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਦੀ ਤਜਵੀਜ਼ ਸਾਹਮਣੇ ਆਈ ਹੈ। ਕੀ ਇਸ ਤਜਵੀਜ਼ ਨਾਲ ਉਹ ਮਸਲੇ ਹੱਲ ਹੋ ਜਾਣਗੇ ਜਿਨ੍ਹਾਂ ਕਾਰਨ ਕੋਲੀਜੀਅਮ ਵਾਲੇ ਪ੍ਰਬੰਧ ਉੱਤੇ ਸਵਾਲ ਕੀਤੇ ਜਾ ਰਹੇ ਸਨ? ਜੱਜਾਂ ਦੀ ਚੋਣ, ਨਿਯੁਕਤੀਆਂ ਅਤੇ ਤਰੱਕੀਆਂ ਕਈ ਸਾਲਾਂ ਤੋਂ ਵਿਵਾਦਾਂ ਦਾ ਸਬਬ ਬਣੀਆਂ ਹੋਈਆਂ ਨੇ। ਇਨ੍ਹਾਂ ਮਾਮਲਿਆਂ ਵਿੱਚ ਪੱਖਪਾਤ, ਕੁਨਵਾ ਪ੍ਰਸਤੀ ਤੋਂ ਲੈ ਕੇ ਭ੍ਰਿਸ਼ਟਾਚਾਰ ਤੱਕ ਦੀ ਚਰਚਾ ਹੁੰਦੀ ਰਹੀ ਹੈ। ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਅਤੇ ਨਿਆਂ ਪ੍ਰਣਾਲੀ ਦੀ ਸਾਖ ਸੁਧਾਰਨ ਲਈ ਇਹ ਸੋਚਿਆ ਜਾ ਰਿਹਾ ਸੀ ਕਿ ਕੋਲੀਜੀਅਮ ਪ੍ਰਬੰਧ ਦਾ ਬਦਲ ਕੀ ਹੋ ਸਕਦਾ ਹੈ। ਕੋਈ ਅਜਿਹਾ ਪ੍ਰਬੰਧ ਹੋਵੇ ਜੋ ਪਾਰਦਰਸ਼ੀ ਹੋਵੇ ਅਤੇ ਇਨ੍ਹਾਂ ਫੈਸਲਿਆਂ ਦੀ ਬੁਨਿਆਦ ਯੋਗਤਾ ਨਾਲ ਜੁੜੀ ਹੋਵੇ। ਜ਼ਰੂਰੀ ਇਹੋ ਬਣਦਾ ਹੈ ਕਿ ਇਨ੍ਹਾਂ ਫੈਸਲਿਆਂ ਨੂੰ ਲੈਣ ਵਾਲੇ ਲੋਕਾਂ ਦੀ ਭਰੋਸੇਯੋਗਤਾ ਹੋਵੇ ਅਤੇ ਉਹਨਾਂ ਕੋਲ ਲੋੜੀਂਦਾ ਤਜਰਬਾ ਹੋਵੇ। ਹੁਣ ਜੁਡੀਸ਼ੀਅਲ ਅਪਾਇੰਟਮੈਂਟਸ ਕਮਿਸ਼ਨ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਹ ਖਰੜਾ ਸੰਵਿਧਾਨਕ ਸੋਧ ਰਾਹੀਂ ਕਾਨੂੰਨ ਦਾ ਰੂਪ ਧਾਰਨ ਕਰੇਗਾ, ਜਿਸ ਲਈ ਸੰਸਦ ਦੇ ਦੋਵਾਂ ਸਦਨਾਂ ਦੀ ਪ੍ਰਵਾਨਗੀ ਜ਼ਰੂਰੀ ਹੈ। ਜੇ ਇਹ ਖਰੜਾ ਕਾਨੂੰਨ ਦਾ ਰੂਪ ਧਾਰਨ ਕਰਦਾ ਹੈ ਤਾਂ ਜੁਡੀਸ਼ੀਅਲ ਅਪਾਇੰਟਮੈਂਟਸ ਕਮਿਸ਼ਨ ਹੋਂਦ ਵਿੱਚ ਆ ਜਾਏਗਾ। ਇਸ ਤੋਂ ਬਾਅਦ ਸਰਵਉੱਚ ਅਦਾਲਤ ਅਤੇ 24 ਹਾਈ ਕੋਰਟਾਂ ਵਿੱਚ ਜੱਜਾਂ ਦੀ ਚੋਣ ਅਤੇ ਨਿਯੁਕਤੀ ਇਸ ਦੇ ਘੇਰੇ ਵਿੱਚ ਆ ਜਾਏਗੀ। ਇਸ ਕਮਿਸ਼ਨ ਵਿੱਚ 6 ਮੈਂਬਰ ਹੋਣਗੇ। ਇਨ੍ਹਾਂ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ 2 ਹੋਰ ਜੱਜ ਸ਼ਾਮਲ ਹੋਣਗੇ। ਕੇਂਦਰੀ ਕਾਨੂੰਨ ਮੰਤਰੀ ਤੋਂ ਇਲਾਵਾ 2 ਹੋਰ ਪਤਵੰਤੇ ਇਸ ਕਮਿਸ਼ਨ ਦੇ ਮੈਂਬਰ ਹੋਣਗੇ। ਕਾਨੂੰਨ ਮੰਤਰਾਲੇ ਦਾ ਸਕੱਤਰ ਇਸ ਕਮਿਸ਼ਨ ਦਾ ਕਨਵੀਨਰ ਹੋਵੇਗਾ। ਕਮਿਸ਼ਨ ਵਿੱਚ 2 ਪਤਵੰਤਿਆਂ ਦੀ ਸ਼ਮੂਲੀਅਤ ਨਵੀਂ ਗੱਲ ਹੈ, ਕਿਉਂਕਿ ਉਹਨਾਂ ਲਈ ਨਿਆਂ ਪ੍ਰਣਾਲੀ ਦਾ ਤਜਰਬਾ ਜ਼ਰੂਰੀ ਨਹੀਂ ਹੋਏਗਾ। ਪਹਿਲਾਂ ਤਜਵੀਜ਼ ਇਹ ਸੀ ਕਿ ਕਮਿਸ਼ਨ ਵਿੱਚ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਹੁਣ 2 ਪਤਵੰਤਿਆਂ ਨੂੰ ਨਾਮਜ਼ਦ ਕਰਨ ਵਾਲੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਆਗੂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਨ੍ਹਾਂ 2 ਪਤਵੰਤਿਆਂ ਦੀ ਸ਼ਮੂਲੀਅਤ ਦਾ ਵਕੀਲ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦੀ ਦਲੀਲ ਹੈ ਕਿ ਇਹ ਨਿਆਂ ਪ੍ਰਣਾਲੀ ਦੀ ਖੁਦਮੁਖਤਾਰੀ ਵਿੱਚ ਸਿਆਸੀ ਦਖਲਅੰਦਾਜ਼ੀ ਹੋਵੇਗੀ। ਉਹ ਇਸ ਦਲੀਲ ਨੂੰ ਭ੍ਰਿਸ਼ਟਾਚਾਰ ਖਿਲਾਫ ਅਦਾਲਤਾਂ ਵੱਲੋਂ ਦਿੱਤੇ ਫੈਸਲਿਆਂ ਨਾਲ ਜੋੜ ਕੇ ਵੇਖਦੇ ਨੇ, ਜਿਨ੍ਹਾਂ ਤੋਂ ਸਰਕਾਰਾਂ ਔਖੀਆਂ ਨੇ। ਇਹ ਦੇਖਣਾ ਹੋਏਗਾ ਕਿ ਇਸ ਬਿੱਲ ਦੀ ਸੰਸਦ ਵਿੱਚ ਕੀ ਹੋਣੀ ਹੋਏਗੀ ਅਤੇ ਇਸ ਦਾ ਨਿਆਂ ਪ੍ਰਣਾਲੀ ਉੱਤੇ ਕੀ ਅਸਰ ਪਵੇਗਾ। ਬਾਰ ਕਾਉਂਸਲ ਆਫ ਇੰਡੀਆ ਦੀ ਦਲੀਲ ਹੈ ਕਿ ਨਵੇਂ ਬਿੱਲ ਦੇ ਖਰੜੇ ਉੱਤੇ ਬਹਿਸ ਹੋਣੀ ਚਾਹੀਦੀ ਸੀ ਤਾਂ ਕਿ ਉਹਨਾਂ ਦੇ ਵਿਚਾਰਾਂ ਨੂੰ ਵੀ ਵਿਚਾਰਿਆ ਜਾ ਸਕਦਾ। ਹਾਲੇ ਇਸ ਖਰੜੇ ਨੇ ਸੰਸਦ ਵਿੱਚ ਪੇਸ਼ ਹੋਣਾ ਹੈ। ਉਸ ਤੋਂ ਬਾਅਦ ਇਸ ਨੂੰ ਲੋੜੀਂਦੀਆਂ ਸੋਧਾਂ ਕਰਕੇ ਹੀ ਕਾਨੂੰਨੀ ਰੂਪ ਦਿੱਤਾ ਜਾਏਗਾ। ਸਭ ਤੋਂ ਵੱਧ ਅਹਿਮ ਸਵਾਲ ਇਹੋ ਹੋਏਗਾ ਕਿ ਇਸ ਨਾਲ ਨਿਆਂ ਪ੍ਰਣਾਲੀ ਬਿਹਤਰ ਹੋ ਸਕੇਗੀ ਜਾਂ ਨਹੀਂ। ਇਹਨਾਂ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਜਸਟਿਸ JC ਵਰਮਾ, ਜੋ ਕਿ ਰਾਜਸਥਾਨ ਹਾਈ ਕੋਰਟ ਵਿੱਚੋਂ ਸੇਵਾ ਮੁਕਤ ਹੋਏ ਨੇ, ਗਗਨਗੀਤ ਕੌਰ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ, ਰਾਜੀਵ ਗੁਦਾਰਾ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਵਰਮਾ ਜੀ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਜਿਹੜਾ ਇਹ ਤਬਦੀਲੀ ਹੋਣ ਜਾ ਰਹੀ ਹੈ, ਨਵਾਂ ਕਮਿਸ਼ਨ ਬਣਨ ਜਾ ਰਿਹਾ ਹੈ, ਇਹਦੇ ਨਾਲ ਕੀ ਫ਼ਰਕ ਪਏਗਾ? ਇਹ ਚੰਗਾ ਹੋਏਗਾ ਜਾਂ ਇਹਦੇ 'ਤੇ ਤੁਹਾਨੂੰ ਕੋਈ ਇਤਰਾਜ਼ ਹੈ? देखो जी, इस तरह सी कि पिछले कुछ सालों तो आवाज़ उठती आ रही सी हर जगह ਦੇ ਉੱਤੇ, ਈਵਨ ਜੁਡੀਸ਼ੀਅਲ ਸਰਕਲ ਵਿੱਚ ਉੱਠਦੀ ਆ ਰਹੀ ਸੀ ਕਿ ਜਿਹੜੀ ਅਪਾਇੰਟਮੈਂਟਸ ਹੋ ਰਹੇ ਨੇ ਉਹ ਠੀਕ ਨਹੀਂ ਹੋ ਰਹੀਆਂ ਹੈਗੀਆਂ। ਭਾਈਚਾਰਾ ਔਰ ਭਾਈ ਭਤੀਜਾ ਵਗੈਰਾ ਬਹੁਤ ਕੁਛ ਚੱਲ ਰਿਹਾ ਹੈਗਾ ਔਰ ਮੈਰਿਟ ਨੂੰ ਵੀ ਸ਼ਾਇਦ ਗੁੱਡ ਬਾਈ ਕੀਤਾ ਜਾ ਰਿਹਾ ਹੈਗਾ ਕਿਸੇ ਹੱਦ ਤੱਕ ਜੀ। ਤਾਂ ਲੋੜ ਤਾਂ ਸੀ ਚੇਂਜ ਕਰਨ ਦੀ ਜੀ। ਉਹ ਸਿਸਟਮ ਜਿਹੜਾ 1993 ਦੇ ਵਿੱਚ ਸ਼ੁਰੂ ਹੋਇਆ ਸੀ, ਪਹਿਲੇ ਠੀਕ ਚੱਲਿਆ। ਉਹਦੇ ਬਾਅਦ ਟਾਈਮ ਦੇ ਨਾਲ ਉਹਦੇ ਵਿੱਚ ਉਹੀ ਤਰੁੱਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੇ ਪਹਿਲੇ ਸਿਸਟਮ ਵਿੱਚ ਸ਼ਾਇਦ ਤਰੁੱਟੀਆਂ ਹੈਗੀਆਂ ਸਨ ਜੀ। ਤਾਂ ਇਹ ਕਿ ਨੇਸ਼ਨ ਦੀ ਔਰ ਪਬਲਿਕ ਦੀ ਇਹ ਡਿਮਾਂਡ ਬਿਲਕੁਲ ਠੀਕ ਸੀ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਜਿਹੜਾ ਇੰਡੀਪੈਂਡੈਂਟ ਨਜ਼ਰ ਆਵੇ ਔਰ ਇੰਡੀਪੈਂਡੈਂਟ ਹੋਵੇ, ਮੈਰਿਟ ਦੇ ਉੱਤੇ ਜੱਜਾਂ ਨੂੰ ਚੁਣ ਕਰੇ ਜਾਂ ਨਿਯੁਕਤੀਆਂ ਕਰੇ, ਜੋ ਵੀ ਜਿਸ ਤਰ੍ਹਾਂ ਹੈਗਾ ਸੀ। ਉਸ ਸਿਸਟਮ ਨੂੰ ਜਿਹੜਾ ਚੱਲ ਰਿਹਾ ਹੈਗਾ ਉਹਦੇ 'ਚ ਕੋਈ ਵੀ ਚੇਂਜ ਲਿਆਉਣਾ ਬੈਟਰ ਵਾਸਤੇ ਹੀ ਹੈ ਜੀ ਔਰ ਲਿਆਉਣਾ ਚਾਹੀਦਾ ਹੈ। ਤੇ ਤੁਸੀਂ ਕੁੱਲ ਮਿਲਾ ਕੇ ਇਸ ਦਾ ਜਿਹੜਾ ਨਵੀਂ ਤਬਦੀਲੀ ਹੋ ਰਹੀ ਹੈ, ਇਹਦਾ ਸਵਾਗਤ ਕਰਦੇ ਹੋ? ਮੈਂ ਤਬਦੀਲੀ ਦਾ ਬਿਲਕੁਲ ਤਹਿ ਦਿਲ ਨਾਲ ਸਵਾਗਤ ਕਰਦਾ ਹੈਗਾ। ਇਹ ਬੈਟਰ ਹੋਏਗਾ ਜੁਡੀਸ਼ੀਅਲ ਵਾਸਤੇ ਵੀ, ਐਡਮਿਨਿਸਟ੍ਰੇਸ਼ਨ ਵਾਸਤੇ ਵੀ। ਸਾਡੇ ਕੋਲੋਂ ਕੁਆਲਿਟੀ ਵਾਲੇ ਜੱਜਸ ਵੀ ਆਉਣਗੇ ਔਰ ਜਿਹੜੀ ਐਲੀਗੇਸ਼ਨ ਲੱਗਦੇ ਨੇ ਉਹ ਕੁਛ ਹੱਦ ਤੱਕ ਉਹ ਘਟਣਗੇ ਜੀ। ਇਹ ਦੂਜੀ ਗੱਲ ਹੈਗੀ ਹੈ ਕਿ ਇਹਦੀ ਬਣਤਰ ਦੇ ਮੁਤਲਕ ਸ਼ਾਇਦ ਕੁਛ ਰਿਜ਼ਰਵੇਸ਼ਨਸ ਹੋਣ, ਕੁਛ ਹੋਰ ਵੀ ਬੰਦੇ ਪਾਏ ਜਾ ਸਕਦੇ ਉਹਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਤਜਰਬਾ ਵੀ ਹੋਵੇ, ਉਹ ਜ਼ਿਆਦਾ ਇੰਟੈਗ੍ਰਿਟੀ ਦੇ ਵੀ ਬੰਦੇ ਹੋਣ ਔਰ ਹਾਈ ਅਫਸਰ ਵੀ ਕੀਤਾ ਜਾ ਸਕਦਾ ਹੈਗਾ, ਲਾਰਜਰ ਸਕੇਲ 'ਤੇ ਵੀ ਕੀਤਾ ਜਾ ਸਕਦਾ ਹੈਗਾ। ਵੈਸੇ ਵੀ ਦੇਖੋ ਕਿ ਦੁਨੀਆ ਦੇ ਵਿੱਚ ਕਿਸੇ ਜਗ੍ਹਾ 'ਤੇ ਵੀ ਜੁਡੀਸ਼ੀਅਲ ਨਹੀਂ ਅਪਾਇੰਟ ਕਰਦੀ ਹਾਇਰ ਜੁਡੀਸ਼ਰੀ ਦੀ ਜੀ। ਇਹ ਹਿੰਦੁਸਤਾਨ ਦੇ ਵਿੱਚ ਸੀ ਕਿ ਇੱਕ ਜਜਮੈਂਟ ਦੇ ਕੇ ਸਾਰੀ ਪਾਵਰਸ
ਜੁਡੀਸ਼ਰੀ ਨੇ ਆਪਣੇ ਹੱਥ 'ਚ ਲਈਆਂ ਹੋਈਆਂ ਸਨ। ਅਦਰਵਾਈਜ਼ ਕਨਸਟੀਟਿਊਸ਼ਨ ਦੇ ਵਿੱਚ ਤਾਂ ਇਹੀ ਹੈ ਜੀ ਕਿ ਪ੍ਰੈਜ਼ੀਡੈਂਟ ਵਿਲ ਅਪਾਇੰਟ ਦਾ ਜੱਜਸ ਆਫਟਰ ਕੰਸਲਟੇਸ਼ਨ ਵਿਦ ਦਾ ਚੀਫ ਜਸਟਿਸ। ਜੀ ਹੁਣ ਇਹ ਜਿਹੜਾ ਚੇਂਜ ਹੋਏਗਾ ਮੇਰੇ ਹਿਸਾਬ ਨਾਲ ਬਹੁਤ ਬੈਟਰ ਹੋਏਗਾ। ਐਂਡ ਆਈ ਮਸਟ ਕੰਗ੍ਰੈਚੁਲੇਟ ਦ ਲਾ ਮਿਨਿਸਟਰ ਜਿਹਨੇ ਅੱਜ ਤੋਂ ਮਹੀਨਾ ਪਹਿਲਾਂ ਵੀ ਇਹ ਸਟੇਟਮੈਂਟ ਦਿੱਤੀ ਸੀ ਕਿ ਯੈਸ ਵੀ ਆਰ ਗੋਇੰਗ ਟੂ ਮੇਕ ਏ ਚੇਂਜ ਇਨ ਦਿਸ ਬਿਕਾਜ਼ ਦੇਰ ਵਾਜ਼ ਵਾਇਸ ਅਗੇਂਸਟ ਦਿਸ। ਜੀ ਗਗਨ, ਵਕੀਲ ਭਾਈਚਾਰਾ ਲਗਾਤਾਰ ਇੱਕ ਸਵਾਲ ਕਰਦਾ ਰਿਹਾ ਕਿ ਜਿਹੜਾ ਕੋਲੀਜੀਅਮ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਕੋਈ ਨਾ ਕੋਈ ਖਾਮੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਲਈ ਕੁਝ ਹੋਣਾ ਚਾਹੀਦਾ, ਤੇ ਹੁਣ ਜਦੋਂ ਇਹ ਤਜਵੀਜ਼ ਸਾਡੇ ਸਾਹਮਣੇ ਆਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਇਸ ਤਜਵੀਜ਼ ਦੇ ਵਿੱਚ ਜੇ ਆਪਾਂ ਲੇਟੈਸਟ 3 ਉਦਾਹਰਨਾਂ ਦੇਖੀਏ ਕਿ ਇਹ ਇੱਕ ਸਮੇਂ ਦੀ ਨੀਡ ਹੈ, ਜਿਵੇਂ ਜਸਟਿਸ ਵਰਮਾ ਨੇ ਕਿਹਾ ਕਿ ਇੱਕ ਟਾਈਮ ਦੇ ਨਾਲ ਇਸ ਦੀ ਲੋੜ ਪਈ ਹੈ। ਜੇ ਆਪਾਂ ਦੇਖੀਏ ਕਿ ਲੇਟੈਸਟ 3 ਇਨਸੀਡੈਂਟ ਵਿਦ ਫੈਕਟਸ ਜਿਨ੍ਹਾਂ ਦਾ ਮੈਂ ਪੂਰੇ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ। ਰਿਟਾਇਰਡ ਚੀਫ ਜਸਟਿਸ ਆਫ ਇੰਡੀਆ ਅਲਤਮਸ ਕਬੀਰ ਦੀ ਅਸੀਂ ਉਦਾਹਰਨ ਲੈਂਦੇ ਹਾਂ, ਜਿਨ੍ਹਾਂ ਦੇ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਚੀਫ ਜਸਟਿਸ ਗੁਜਰਾਤ ਵੱਲੋਂ ਲਿਖੀ ਗਈ ਚਿੱਠੀ ਕਿ ਉਹਨਾਂ ਦੇ ਪ੍ਰਮੋਸ਼ਨ ਕੇਸ ਨੂੰ ਇਸ ਲਈ ਨਹੀਂ ਵਿਚਾਰਿਆ ਗਿਆ ਕਿ ਜਦੋਂ ਉਹ ਕਲਕੱਤਾ ਹਾਈ ਕੋਰਟ ਦੇ ਵਿੱਚ ਸਨ ਉਹਨਾਂ ਦੀ ਸਿਸਟਰ ਦੀ ਜਿਹੜੀ ਹਾਈ ਕੋਰਟ 'ਚ ਅਪਾਇੰਟਮੈਂਟ ਹੋਣੀ ਸੀ ਉਹਨਾਂ ਨੇ ਰੋਕੀ ਸੀ। ਇਸ ਗੱਲ ਦੇ ਉੱਤੇ ਜਸਟਿਸ ਅਲਤਮਸ ਕਬੀਰ ਦੀ ਭੈਣ ਦੀ ਅਪਾਇੰਟਮੈਂਟ 58 ਸਾਲ ਉਹਨਾਂ ਨੇ ਆਬਜੈਕਸ਼ਨ ਲਿਆ ਸੀ ਬੀਇੰਗ ਕਾਲਜੀਅਮ ਮੈਂਬਰ ਕਿ ਉਹ 58 ਸਾਲ ਦੀ ਉਮਰ ਦੇ ਵਿੱਚ ਇੱਕ ਹਾਈ ਕੋਰਟ ਜੱਜ ਦੀ ਐਲੀਵੇਸ਼ਨ ਨਹੀਂ ਹੋ ਸਕਦੀ। ਤੇ ਇੱਥੇ ਉਹਨਾਂ ਨੇ ਇਹ ਵੀ ਗੱਲ ਰੈਫਰ ਕੀਤੀ ਸੀ ਕਿ ਉਹਨਾਂ ਦੀ ਜਿਹੜੀ ਐਨੂਅਲ ਇਨਕਮ ਹੈ ਜਸਟਿਸ ਅਲਤਮਸ ਕਬੀਰ ਦੀ ਸਿਸਟਰ ਦੀ ਜਿਹੜੇ ਹਾਈ ਕੋਰਟ ਚੀਫ ਜਸਟਿਸ ਹੋਏ 4-5 ਸਾਲ ਉਹਨਾਂ 62 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਣਾ ਸੀ। ਤੇ ਇਨਕਮ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਮੀਡੀਆ ਦੇ ਵਿੱਚ ਉਹਨਾਂ ਦੀ ਲੈਟਰ ਦਾ ਖੁਲਾਸਾ ਹੋਇਆ ਕਿ ਇੱਕ ਪੀਐਨ ਦੀ ਇਨਕਮ ਤੋਂ ਵੀ ਐਨੂਅਲ ਇਨਕਮ ਉਹਨਾਂ ਦੀ ਪ੍ਰੋਫੈਸ਼ਨਲ ਘੱਟ ਸੀ। ਉਸ ਟਾਈਮ ਤੇ ਜਦੋਂ ਅਸੀਂ ਦੇਖਦੇ ਹਾਂ ਇੱਕ ਉਦਾਹਰਨ ਇਹ ਜਿਹੜੀ ਲੇਟੈਸਟ ਸਾਡੇ ਕੋਲ ਆਉਂਦੀ ਹੈ, ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਐਮਪੀਜ਼ ਨੇ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਲਿਖੀ ਸੀ ਇਸ ਸਬੰਧ ਦੇ ਵਿੱਚ ਕਿ ਚੀਫ ਜਸਟਿਸ ਅਲਤਮਸ ਕਬੀਰ ਦੀ ਅਪਾਇੰਟਮੈਂਟ ਨੂੰ ਲੈ ਕੇ ਜਦੋਂ ਉਹਨਾਂ ਨੇ ਅਪਾਇੰਟ ਹੋਣਾ ਸੀ ਉਹਨਾਂ ਦੇ ਵਿੱਚੋਂ ਇੱਕ ਜੈ ਨਾਰਾਇਣ ਨਿਸ਼ਾਦ ਐਮਪੀ ਲੋਕ ਸਭਾ ਉਹਨਾਂ ਦੀ ਚਿੱਠੀ ਜਿਹੜੀ ਮੈਂ ਖੁਦ ਦੇਖੀ ਹੈ ਔਰ ਇੱਕ ਹੋਰ ਰਾਜ ਸਭਾ ਐਮਪੀ ਉਹਨਾਂ ਵੱਲੋਂ ਵੀ ਚਿੱਠੀ ਲਿਖੀ ਗਈ ਸੀ ਕਿ ਇਹਨਾਂ ਤੇ ਐਲੀਗੇਸ਼ਨ ਹੈ ਇਸ ਲਈ ਚੀਫ ਜਸਟਿਸ ਆਫ ਇੰਡੀਆ ਇਸ ਤਰ੍ਹਾਂ ਦੀਆਂ ਜਦੋਂ ਆਵਾਜ਼ ਉੱਠ ਰਹੀ ਹੈ। ਇਹ ਲੇਟੈਸਟ ਐਗਜ਼ਾਮਪਲ ਆਪਾਂ ਉਦੋਂ ਵੀ ਲੇਟੈਸਟ ਐਗਜ਼ਾਮਪਲ ਲੈ ਲਈਏ 2G ਸਪੈਕਟਰਮ ਵਾਲਾ ਕੇਸ, ਉਸ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ CBI ਨੂੰ ਪੁੱਛਿਆ ਕਿ ਨੀਰਾ ਰਾਡੀਆ ਟੇਪ ਰਿਕਾਰਡ ਦੇ ਵਿੱਚ ਤੁਸੀਂ ਹਾਲੇ ਤੱਕ ਐਕਸ਼ਨ ਕਿਉਂ ਨਹੀਂ ਲਿਆ, ਉਹਨਾਂ ਨੇ ਬੜਾ ਦਿਲਚਸਪ ਉੱਤਰ ਦਿੱਤਾ ਕਿ ਇਹਦੇ ਵਿੱਚ ਦਿੱਲੀ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਦਾ ਨਾਮ ਆ ਰਿਹਾ ਹੈ ਜਿਸ ਕਰਕੇ ਸਾਡੇ ਹੱਥ ਬੰਨੇ ਹੋਏ ਹਨ। ਨੰਬਰ ਤੀਜਾ ਤੁਸੀਂ ਇੱਕ ਹੋਰ ਕੇਸ ਲਓ ਉਸ ਤੋਂ ਪਿਛਲਾ ਜਸਟਿਸ ਸੁਮਿਤਰਾ ਸੈਨ ਜਿਨ੍ਹਾਂ ਦੀ ਇੰਪੀਚਮੈਂਟ ਰਾਜ ਸਭਾ ਵੱਲੋਂ ਪਾਸ ਹੋ ਗਈ ਸੀ ਤੇ ਉਹ ਲੋਕ ਸਭਾ 'ਚ ਪਾਸ ਹੋਣ ਤੋਂ ਪਹਿਲਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ ਸੀ। ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਗਈਆਂ ਹਨ ਤੇ ਜਿਹੜੀ ਨਵੀਂ ਇੱਕ ਜੁਡੀਸ਼ੀਅਲ ਕਮਿਸ਼ਨ ਦੀ ਲੈ ਕੇ ਇੱਕ ਨਵੀਂ ਗੱਲ ਹੋ ਰਹੀ ਹੈ, ਇਹ ਇੱਕ ਸਮੇਂ ਦੀ ਨੀਡ ਹੈ। ਲੋਕਾਂ ਨੇ ਹੁਣ ਬੋਲਣਾ ਸ਼ੁਰੂ ਕੀਤਾ ਹੈ। ਇਹ ਤਦ ਹੀ ਬੋਲੇ ਨੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਅੱਗੇ ਆਈਆਂ ਹਨ। ਕਾਲਜੀਅਮ ਸਿਸਟਮ ਦੇ ਖਾਮੀਆਂ ਹੀ ਹਨ ਜਿਹੜੀਆਂ ਇਹ ਉਦਾਹਰਨਾਂ ਸਾਡੇ ਸਾਹਮਣੇ ਆਈਆਂ ਹਨ। ਜੀ ਇਹਨਾਂ ਦੇ ਉੱਤੇ ਮੈਂ ਇੱਕ ਸਵਾਲ ਲੈ ਕੇ ਵਾਪਸ ਆਵਾਂਗਾ ਕਿ ਜਿਹੜੀਆਂ ਇਹ ਖਾਮੀਆਂ ਨੇ ਇਹ ਨਵੇਂ ਸਿਸਟਮ 'ਚ ਕਿਉਂ ਨਹੀਂ ਆਉਣਗੀਆਂ, ਕਿਉਂਕਿ ਇਹ ਸਾਰੀਆਂ ਉਹ ਬੰਦਿਆਂ ਬਾਰੇ ਨੇ ਜਿਹੜੇ ਜੱਜ ਬਣ ਚੁੱਕੇ ਨੇ। ਜੱਜ ਬਣ ਕੇ ਮੁੜ ਕੇ ਉਹ ਇਹ ਗਲਤੀਆਂ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ ਇਹ ਕਿਵੇਂ ਯਕੀਨੀ ਬਣਾਇਆ ਜਾਏਗਾ। ਪਰ ਰਾਜੀਵ ਤੁਸੀਂ ਮੈਨੂੰ ਇਹ ਦੱਸੋ ਕਿ ਬਾਰ ਕਾਉਂਸਲ ਆਫ ਇੰਡੀਆ ਨੂੰ ਇਤਰਾਜ਼ ਹੈ ਕਿ ਇਸ ਦੇ ਉੱਤੇ ਕਿ ਇੱਕ ਕੰਸਲਟੇਸ਼ਨ ਜਿਹੜੀ ਵਕੀਲਾਂ ਨਾਲ ਹੋਣੀ ਚਾਹੀਦੀ ਸੀ ਸੈਮੀਨਾਰਸ ਦੇ ਵਿੱਚ ਜਾਂ ਅਦਰਵਾਈਜ਼ ਇੱਕ ਡਿਸਕਸ਼ਨ ਵੱਡੀ ਹੋਣੀ ਚਾਹੀਦੀ ਸੀ ਜਿਹੜੀ ਨਹੀਂ ਹੋਈ। ਕਿਹੜੇ ਨੁਕਤੇ ਅਜਿਹੇ ਨੇ ਜਿਹੜੇ ਇਹਦੇ ਘੇਰੇ ਤੋਂ ਬਾਹਰ ਰਹਿ ਗਏ? ਜਿਹੜਾ ਬਾਰ ਕੌਂਸਲ ਦਾ ਸਵਾਲ ਹੈ ਕਿ ਚਰਚਾ ਹੋਣੀ ਚਾਹੀਦੀ ਸੀ, ਮੇਰਾ ਕਹਿਣਾ ਕਿ ਵਕੀਲਾਂ ਨਾਲ ਹੀ ਨਹੀਂ ਹਰ ਬਿੱਲ ਵਾਸਤੇ ਪੂਰੇ ਦੇਸ਼ ਦੇ ਵਿੱਚ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ ਜਿਹੜੀ ਇਹ ਸਾਰੇ ਤਰ੍ਹਾਂ ਦੇ ਕਾਨੂੰਨਾਂ ਤੇ ਨਹੀਂ ਹੁੰਦੀ। ਇਸ ਕਰਕੇ ਅਲਟੀਮੇਟਲੀ ਜਦੋਂ ਸਰਕਾਰਾਂ ਕਾਨੂੰਨ ਲੈ ਕੇ ਆਉਂਦੀਆਂ ਨੇ ਪਰਿਵਰਤਨ ਕਰਦੀਆਂ ਨੇ ਉਹ ਸਾਰੇ ਪੈਬੰਦ ਬਣ ਕੇ ਨਜ਼ਰ ਆਉਂਦੇ ਨੇ। ਕਿਸੇ ਤਰ੍ਹਾਂ ਟਾਕੀਆਂ ਲਾ ਦਿਓ, ਕੁਝ ਫਟ ਰਿਹਾ ਉਹਨੂੰ ਟੱਕ ਦਿਓ ਥੋੜਾ ਜਿਹਾ। ਇਹਦੇ ਵਿੱਚ ਵੀ ਵੇਖਿਆ ਜਾਵੇ ਤੇ ਬੇਸਿਕ ਚੀਜ਼ ਨੂੰ ਉਹਨਾਂ ਨੇ ਹਲੇ ਵੀ ਨਹੀਂ ਬਦਲਿਆ। ਹਲੇ ਵੀ ਉਹਨਾਂ ਨੇ ਕਿਹਾ ਇੱਕ ਚੀਫ ਜਸਟਿਸ ਤਾਂ ਹੋਏਗਾ ਹੀ। ਚੀਫ ਜਸਟਿਸ ਦੇ ਖਿਲਾਫ ਜਿੱਦਣ ਕੋਈ ਮਾਮਲਾ ਹੋਏਗਾ ਚੀਫ ਜਸਟਿਸ ਦੇ ਨਾਲ ਸੁਪਰੀਮ ਕੋਰਟ ਦੇ 2 ਜੱਜ ਹੋਰ ਵੀ ਹੋਣਗੇ, 3 ਮੈਂਬਰ ਜਿਹੜੇ ਸੀ ਪਹਿਲਾਂ ਵੀ ਉਹ 3 ਕਾਲਜੀਅਮ 'ਚ ਹੁੰਦੇ ਸੀ ਉਹ 3 ਹੋਣਗੇ। ਪਰ ਜੇ ਚੀਫ ਜਸਟਿਸ ਦੇ ਖਿਲਾਫ ਕੋਈ ਕੰਪਲੇਂਟ ਹੋਈ ਆ ਉਹਨਾਂ ਦੋਵਾਂ ਦੇ ਖਿਲਾਫ ਹੋਈ ਤੇ ਕੌਣ ਫੈਸਲਾ ਕਰੇਗਾ? ਹਲੇ ਵੀ ਕੋਈ ਮੈਕੈਨਿਜ਼ਮ ਹੈ ਜਾਂ ਨਹੀਂ ਬਣਿਆ। ਤੁਸੀਂ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ ਉਹ ਸਥਿਤੀ ਫਿਰ ਉੱਥੇ ਦੀ ਉੱਥੇ ਖੜੀ ਹੈ। ਇਸ ਕਰਕੇ ਸਾਰੇ ਮਾਮਲੇ ਦੀ ਜਿਹੜੀ ਬੇਸਿਕ ਗੱਲ ਹੋਣੀ ਚਾਹੀਦੀ ਸੀ ਉਹਨੂੰ ਅਣਦੇਖਾ ਕੀਤਾ ਜਾ ਰਿਹਾ ਕਿ ਕੋਈ ਇੱਕ ਜੁਡੀਸ਼ੀਅਲ ਕਮਿਸ਼ਨ ਕਿਉਂ ਨਹੀਂ ਹੋਣਾ ਚਾਹੀਦਾ ਜਿਹੜਾ ਇਹਨਾਂ ਜੁਡੀਸ਼ਰੀ ਤੋਂ ਤੇ ਐਗਜ਼ੈਕਟਿਵ ਤੋਂ ਦੋਵਾਂ ਤੋਂ ਅੱਡ ਹੋਏ। ਹੋ ਕੀ ਰਿਹਾ ਇੱਥੇ? ਜਦੋਂ 93 ਤੋਂ ਪਹਿਲਾਂ ਕਨਸਟੀਟਿਊਸ਼ਨ ਪ੍ਰੋਵੀਜ਼ਨ ਦੇ ਮੁਤਾਬਿਕ ਸਰਕਾਰ ਜਦੋਂ ਅਪਾਇੰਟਮੈਂਟ ਦੇ ਵਿੱਚ ਬਹੁਤ ਦਖਲਅੰਦਾਜ਼ੀ ਰੱਖਦੀ ਸੀ ਉਦੋਂ ਵੀ ਇੰਨਾ ਮਾੜਾ ਹਾਲ ਹੋਇਆ ਸੀ ਕਿ ਸੁਪਰੀਮ ਕੋਰਟ ਨੇ ਜਦੋਂ ਫੈਸਲਾ ਕੀਤਾ ਕਿ ਹੁਣ ਇਸ ਤਰ੍ਹਾਂ ਅਪਾਇੰਟਮੈਂਟ ਹੋਏਗੀ ਕੋਰਟਸ ਕਰਨਗੀਆਂ, ਉਦੋਂ ਵਿਰੋਧ ਉਸ ਤਰ੍ਹਾਂ ਨਹੀਂ ਹੋਇਆ ਜਿਹੜਾ ਅੱਜ ਹੋ ਰਿਹਾ ਕਿਉਂਕਿ ਲੋਕ ਉਸ ਪਹਿਲਾਂ ਵਾਲੇ ਪ੍ਰਯੋਗ ਤੋਂ ਇੰਨੇ ਦੁਖੀ ਹੋ ਚੁੱਕੇ ਸੀ। ਫਿਰ ਇਹ ਪ੍ਰਯੋਗ ਆਇਆ ਇਹਦਾ ਵਿਰੋਧ ਨਹੀਂ ਹੋਇਆ। ਇਹ ਸਰਕਾਰ ਨੇ 1993 ਤੋਂ ਬਾਅਦ 1913 ਚ 20 ਸਾਲ ਬਾਅਦ ਅਮੈਂਡਮੈਂਟ ਕਰਨ ਤੇ ਆਈ ਹੈ, ਵਿਚਾਰ ਕਰ ਰਹੀ ਹੈ ਜਿਹੜੀ ਕਿ ਸਰਕਾਰ
20 ਦਿਨਾਂ ਤੇ ਦੂਜੇ ਕਾਨੂੰਨਾਂ ਤੇ ਫੈਸਲਿਆਂ ਦੇ ਵਿਚਾਰ ਕਰ ਰਹੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲਣ ਲੱਗਿਆ 20 ਸਾਲ ਲੱਗ ਰਹੇ ਨੇ। ਕਿਉਂ ਲੱਗ ਰਹੇ ਨੇ? ਕਿਉਂ ਹੁਣ ਲੋਕ ਜੁਡੀਸ਼ਰੀ ਨੇ ਜਿਹੜਾ ਆਪਦੇ ਹੱਥ 'ਚ ਪਾਵਰ ਲਈ ਉਹਦਾ ਵੀ ਉਸੇ ਤਰ੍ਹਾਂ ਹੀ ਪ੍ਰਯੋਗ ਹੋਣ ਲੱਗ ਗਿਆ, ਉਸੇ ਤਰ੍ਹਾਂ ਹੀ ਮਿਸਯੂਜ਼ ਹੋਣ ਲੱਗ ਗਿਆ। ਆਪਦੇ ਜਿਹੜੇ ਚਹਤੇ ਨੇ ਉਹਨਾਂ ਨੂੰ ਲਾ ਦਿਓ। ਇਸ ਕਰਕੇ ਜਿਹੜਾ ਚਹਤਾ ਬੰਦਾ ਬਣੇਗਾ ਕੌਣ ਬਣੇਗਾ? ਜਿਹੜਾ ਜੱਜਾਂ ਨੂੰ ਰਾਜੀ ਰੱਖੇਗਾ, ਜਿਨ੍ਹਾਂ ਨੇ ਕੋਲੀਜੀਅਮ ਦੇ ਵਿੱਚ ਮੈਂਬਰ ਨੇ, ਜਿਨ੍ਹਾਂ ਨਾਂ ਰਿਕਮੈਂਡ ਕਰਨੇ ਨੇ। ਇਸ ਕਰਕੇ ਵਕੀਲਾਂ ਦੇ ਜਿਹੜੇ ਜੱਜ ਬਣਨਾ ਚਾਹੁੰਦੇ ਨੇ ਉਹਨਾਂ ਦੀ ਇੰਡੀਪੈਂਡੈਂਟ ਸੋਚ ਤੇ ਹੀ ਜਿਹੜੀ ਚੋਟ ਪਹੁੰਚਦੀ ਸੀ ਕਿ ਤੁਸੀਂ ਉੱਥੇ ਵਕਾਲਤ ਕਰਦੇ ਹੋ, ਉਹਨਾਂ ਨੂੰ ਰਾਜੀ ਰੱਖੋ, ਸਾਰਿਆਂ ਨੂੰ ਰਾਜੀ ਰੱਖੋ ਤੇ ਅਪਾਇੰਟਮੈਂਟ ਲਓ। ਇਹ ਜਿਹੜਾ ਸਿਲਸਿਲਾ ਇਹਨਾਂ ਅੱਗੇ ਚਲਾ ਗਿਆ ਤੇ ਜਿਹੜੀ ਸਰਕਾਰ ਦੇ ਅਪਾਇੰਟਮੈਂਟ ਦੇ ਵਿੱਚ ਖਾਮੀਆਂ ਸੀ ਉਹ ਇੱਥੇ ਵੀ ਆ ਗਈਆਂ। ਹੁਣ ਉਸ ਨਵੇਂ ਬਿੱਲ ਦੇ ਵਿੱਚ ਕੀ ਕੀਤਾ ਜਾ ਰਿਹਾ ਕਿ ਉਹ ਦੋਵਾਂ 'ਚ ਖਾਮੀਆਂ ਸੀਗੀਆਂ, ਦੋਵਾਂ ਨੂੰ ਮਿਲਾ ਦਿੱਤਾ ਗਿਆ, ਦੋਵਾਂ ਨੂੰ ਮਿਲਾ ਕੇ ਆਏ ਆ ਪਾਵਰ ਦੇਤੀ ਸੀ ਜੀ। ਜਿਹੜੀ ਦੋ ਐਮੀਨੈਂਟ ਪਰਸਨਸ ਹੋਣਗੇ ਉਹਨਾਂ ਨੂੰ ਚੁਣੇਗਾ ਕੌਣ? ਜਿੱਥੇ ਤੁਸੀਂ ਕਿਹਾ ਉਹਦਾ ਆਪੋਜੀਸ਼ਨ ਦਾ ਲੀਡਰ ਚੁਣੇਗਾ, ਫਿਰ ਸੁਪਰੀਮ ਕੋਰਟ ਦਾ ਜੱਜ ਵੀ ਹੋਏਗਾ ਤੇ ਅਲਟੀਮੇਟਲੀ ਫਿਰ ਉਹ ਦੋ ਬੰਦੇ ਉੱਥੇ ਆ ਜਾਣਗੇ। 3 ਜੱਜ ਹੈਗੇ, ਲਾਅ ਮਿਨਿਸਟਰ ਵੀ ਹੈਗਾ। ਤੇ ਕਿਤੇ ਨਾ ਕਿਤੇ ਇਹ ਸਵਾਲ ਵੀ ਉੱਠ ਰਿਹਾ। ਅੱਜ ਮੈਂ ਕਿਤੇ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਸਰਕਾਰਾਂ ਨੇ ਕੱਲ 3-4 ਫੈਸਲੇ ਕੀਤੇ। ਜਿਹੜੇ 2 ਫੈਸਲੇ ਆਏ ਸੀ ਸਜ਼ਾ ਯਾਫਤਾ ਚੁਣਾਵ ਨਹੀਂ ਲੜ ਸਕਦੇ, ਉਹ ਬਦਲੇ ਕਿ ਉਹ ਪਾਸ ਕੀਤਾ ਕੈਬਨਿਟ ਨੇ ਕਿ ਇਹ ਬਦਲਿਆ ਜਾਏਗਾ। ਨਾਲ ਕਿ ਉਹਨਾਂ ਨੂੰ ਤਾਂ ਛੂਟ ਦਿੱਤੀ, ਨਾਲ ਇਹ ਵੀ ਕਰਤਾ ਕਿ ਅੱਗੇ ਤੋਂ ਪਾਰਲੀਮੈਂਟੇਰੀਅਨਸ ਦੇ ਜਾਂ ਪੋਲੀਟੀਸ਼ੀਅਨਸ ਦੇ ਜੇ ਫੈਸਲੇ ਉਹਨਾਂ ਦੇ ਖਿਲਾਫ ਨਾ ਦਿੱਤੇ ਜਾ ਸਕਣ, ਇਹਦਾ ਵੀ ਪ੍ਰਬੰਧ ਕਰ ਲਿਆ। ਇਹ ਲੋਕਾਂ ਨੇ ਕਮੈਂਟ ਕੀਤਾ। ਮਤਲਬ ਕੀ ਹੋਇਆ ਕਿ ਸਰਕਾਰ ਨੇ ਆਪਦੀ ਇੰਨੀ ਕੁ ਭਾਗੀਦਾਰੀ ਕਰ ਲਈ ਕਿ ਕਿਤੇ ਨਾ ਕਿਤੇ ਉਹ ਅਪਾਇੰਟਮੈਂਟਸ ਦੇ ਵਿੱਚ ਸਾਰੇ ਮਾਮਲੇ ਦੇ ਵਿੱਚ ਬੈਲੈਂਸ ਕਰ ਸਕੇ। ਉਸ ਕਮਿਸ਼ਨ ਦੇ ਵਿੱਚ 2 ਐਮੀਨੈਂਟ ਪਰਸਨ ਤੇ ਲਾਅ ਮਿਨਿਸਟਰ ਜਦੋਂ ਹੋਏਗਾ ਤੇ ਸਰਕਾਰ ਦਾ ਇੰਨਾ ਬੈਲੈਂਸ ਹੋ ਜਾਏਗਾ। ਇਹ ਜਿਹੜਾ ਸਰਕਾਰ ਤੇ ਉਹਨਾਂ ਦੇ ਵਿੱਚ ਵੰਡ ਦੇਣਾ ਚਾਹੀਦਾ। ਨਹੀਂ, ਬੈਲੈਂਸ ਦਾ ਮਤਲਬ ਤੁਸੀਂ ਸਿੱਧਾ ਇਹ ਕਹਿ ਰਹੇ ਹੋ ਕਿ ਵੀ ਜੇ ਇਸ ਕਿਸਮ ਨਾਲ ਨਿਯੁਕਤੀਆਂ ਹੋਣਗੀਆਂ ਤੇ ਸਰਕਾਰ ਨੂੰ ਜੋ ਚਾਹੀਦਾ ਹੋਊਗਾ ਉਸ ਕਿਸਮ ਦੇ ਫੈਸਲੇ ਆ ਜਾਣਗੇ, ਜਾਂ ਜਿਸ ਕਿਸਮ ਦੇ ਫੈਸਲੇ ਇਸ ਵੇਲੇ ਸਰਕਾਰ ਨੂੰ ਔਖਾ ਕਰ ਰਹੇ ਨੇ ਉਹ ਫੈਸਲਿਆਂ ਦਾ ਕੋਈ ਪਹਿਲਾਂ ਪ੍ਰਬੰਧ ਹੋ ਸਕੇਗਾ, ਤੁਸੀਂ ਇਹ ਕਹਿ ਰਹੇ ਹੋ? ਇਸ ਤਰ੍ਹਾਂ ਦੀ ਸੰਭਾਵਨਾ ਬਹੁਤ ਤੇਜ਼ ਹੋ ਗਈਆਂ ਨੇ। ਮਤਲਬ ਇਸ ਤਰ੍ਹਾਂ ਦੀ ਸੰਭਾਵਨਾ ਬਣ ਰਹੀਆਂ, ਜਦੋਂ ਕਿ ਇਸ ਪੂਰੇ ਸਿਸਟਮ ਨੂੰ ਬਣਨ ਲੱਗਿਆ ਕਰਨਾ ਹੀ ਚਾਹੀਦਾ ਸੀ ਕਿ ਇਸ ਤਰ੍ਹਾਂ ਦੀ ਪੂਰੀ ਸੰਭਾਵਨਾਵਾਂ ਖਤਮ ਹੋ ਜਾਣ ਕਿ ਸਰਕਾਰ ਇਨਫਲੂਐਂਸ ਕਰ ਸਕਦੀ ਹੋਵੇ ਅਪਾਇੰਟਮੈਂਟ ਨੂੰ, ਜਾਂ ਜੇ ਅਪਾਇੰਟਮੈਂਟ 'ਚ ਇਨਫਲੂਐਂਸ ਕਰੋਗੇ ਤੇ ਫੈਸਲੇ ਵੀ ਇਨਫਲੂਐਂਸ ਹੋ ਸਕਣਗੇ। ਇਹਦੇ 'ਚ ਕੋਈ ਬਹੁਤ ਵੱਡੀ ਰੁਕਾਵਟ ਨਹੀਂ ਰਹਿ ਜਾਂਦੀ। ਇਹ ਜਿਹੜੀ ਸੰਭਾਵਨਾ ਹੈ ਲੋਕਾਂ ਨੂੰ ਇਹ ਲੱਗੇ, ਦਿਸਣਾ ਵੀ ਚਾਹੀਦਾ ਕਿ ਕੋਈ ਇਹ ਜੀ ਗੱਲ ਨਹੀਂ ਦਿਸਦੀ ਜੇ ਪ੍ਰਬੰਧ ਕਰਨ ਤੋਂ ਬਾਅਦ ਉਹ ਬਿਲਕੁਲ ਨਜਿੱਠੀ ਜਾਏਗੀ, ਉਹਦੇ ਕੋਈ ਸੰਭਾਵਨਾ ਨਹੀਂ ਰਹੇਗੀ। ਇਹ ਪ੍ਰਬੰਧ ਇਹ ਬਿੱਲ ਨਹੀਂ ਕਰ ਰਿਹਾ। ਇਸ ਬਿੱਲ ਦੇ ਵਿੱਚ ਕੁਝ ਹੋਰ ਚਰਚਾ ਕਰਕੇ ਕੁਝ ਇਹ ਜਿਹਾ ਕਮਿਸ਼ਨ ਬਣਾਉਣਾ ਚਾਹੀਦਾ ਜਿਹੜਾ ਸਰਕਾਰ ਤੇ ਜੁਡੀਸ਼ਰੀ ਦੀ ਦੋਵਾਂ ਤੋਂ ਪਾਸੇ ਹੋਏ, ਉਹਨਾਂ ਦੋਵਾਂ ਨੂੰ ਗੱਲ ਕਰ ਸਕੇ। ਅੱਜ ਵੀ ਜੇ 3 ਜੱਜ ਜਿਹੜੇ ਸੁਪਰੀਮ ਕੋਰਟ ਦੇ ਹੋਣਗੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਗੱਲ ਆਉਂਦੀ ਹੈ ਤੇ ਉਹਨਾਂ ਦੀ ਜਾਂਚ ਕੌਣ ਕਰੇਗਾ? ਇਹ ਪੂਰਾ ਬਿੱਲ, ਪੂਰੀ ਗੱਲ ਇਹਦਾ ਇੰਤਜ਼ਾਰ ਨਹੀਂ ਕਰਦੀ। ਜਸਟਿਸ ਵਰਮਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਜਿਹੜਾ ਮੌਜੂਦਾ ਪ੍ਰਬੰਧ ਆ ਉਹਦੇ ਵਿੱਚ ਕੁਝ ਖਾਮੀਆਂ ਨੇ, ਉਹ ਖਾਮੀਆਂ ਨੂੰ ਖਤਮ ਕਰਨ ਲਈ ਇਹ ਨਵਾਂ ਪ੍ਰਬੰਧ ਦੀ ਲੋੜ ਹੈਗੀ ਆ। ਜਿਹੜਾ ਕਿਸਮ ਦਾ ਅਸਰ ਰਸੂਖ ਜਾਂ ਜਿਹੜੇ ਕਿਸਮ ਦਾ ਦਬਾਅ ਪਹਿਲਾਂ ਕੋਲੀਜੀਅਮ ਦੇ ਉੱਤੇ ਸੀਗਾ, ਉਹ ਜਿਹੜਾ ਇਹ ਨਵਾਂ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਜਿਹੜਾ ਬਣੇਗਾ ਉਹਦੇ ਉੱਤੇ ਕਾਇਮ ਰਹੇਗਾ। ਰਾਦਰ ਜਿਹੜੀ ਰਾਜੀਵ ਉਹਨਾਂ ਨੇ ਗੱਲ ਕਹੀ ਹੈ ਕਿ ਇੱਕ ਉਹਦੇ 'ਚ ਨਵਾਂ ਨੁਕਤਾ ਇਹ ਜੁੜ ਗਿਆ ਕਿ 2 ਜਿਹੜੇ ਉਹਦੇ ਵਿੱਚ ਨੋਮੀਨੇਟਡ ਮੈਂਬਰਸ ਹੋਣਗੇ ਉਹਨਾਂ ਦੇ ਰਾਹੀਂ ਸਰਕਾਰ ਦੀ ਦਖਲਅੰਦਾਜ਼ੀ ਵੱਧ ਜਾਏਗੀ। ਇਹਦੇ ਬਾਰੇ ਕੀ ਕਹੇਂਗੇ? ਦੇਖੋ, ਅਗਰ ਤਾਂ ਅਸੀਂ ਨੁਕਸ ਹੀ ਲੱਭਣੇ ਹੈਗੇ ਜੀ ਤਾਂ ਤੁਸੀਂ ਕਿਸੇ ਨੂੰ ਅਪਾਇੰਟ ਕਰ ਦੋ, ਨੁਕਸ ਲੱਭੇਗਾ ਜੀ। ਗੱਲ ਇਹ ਹੈਗੀ ਹੈ ਕਿ ਇੱਕ ਐਫਰਟ ਕੀਤੀ ਜਾ ਰਹੀ ਹੈਗੀ ਹੈ ਬੈਲੈਂਸ ਕਰਨ ਦੀ। ਜੀ, ਉਸ ਬੈਲੈਂਸਿੰਗ ਐਫਰਟ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ। ਅਸੀਂ ਕਿਉਂ ਇਹ ਗੱਲ ਸੋਚਦੇ ਹੈਗੇ ਆ ਕਿ ਜਿਹੜੇ ਨੋਮੀਨੇਟ ਹੋਣਗੇ ਉਹ ਸਰਕਾਰ ਦੇ ਇਨਫਲੂਐਂਸ 'ਚ ਹੋਣਗੇ ਜਾਂ ਉਹ ਜੱਜਸ ਦੇ ਇਨਫਲੂਐਂਸ 'ਚ ਹੋਣਗੇ? ਅਸੀਂ ਇਹ ਗੱਲ ਕਿਉਂ ਸੋਚਦੇ ਹੈਗੇ ਆ ਕਿ ਜਿਹੜੇ ਹੁਣ ਸਰਕਾਰ ਇਸ ਵਾਸਤੇ ਇਹਨਾਂ ਨੂੰ ਬੈਲੈਂਸ ਕਰੇਗੀ ਕਿ ਆਪਣਾ ਜੁਡੀਸ਼ਰੀ ਨੂੰ ਇਨਫਲੂਐਂਸ ਕਰਨ ਦੀ ਹਾਲਤ 'ਚ ਹੋ ਜਾਏਗੀ ਜਾਂ ਜੁਡੀਸ਼ਰੀ ਉਹ ਇਨਫਲੂਐਂਸ ਕਰਨ ਦੀ ਹਾਲਤ 'ਚ ਗਈ? ਅਗਰ ਅਸੀਂ ਨੁਕਤਾਚੀਨੀ ਦੇ ਵਿੱਚ ਚੱਲਣਾ ਹੈ ਤਾਂ ਉਹ ਤਾਂ ਫਿਰ ਕੁਝ ਵੀ ਕਰ ਲਈਏ। ਸਵਾਲ ਇਹ ਹੁੰਦਾ ਹੈ ਕਿ ਅਸੀਂ ਚੇਂਜ ਲਿਆਉਣਾ ਹੈਗਾ। ਇੱਕ ਚੇਂਜ ਆ ਰਿਹਾ ਹੈਗਾ, ਇਹ ਚੇਂਜ ਇਹਨੂੰ ਵਰਕ ਕਰਨ ਦਿਓ। ਅਸੀਂ ਸੁਜੈਸਟ ਹੋ ਸਕਦਾ ਹੈਗਾ ਪਬਲਿਕ ਵੱਲੋਂ ਜਾਂ ਜਿਹੜੇ ਲੀਗਲ ਲਿਊਮਿਨੀਜ਼ ਬਹੁਤ ਹੈਗੇ ਨੇ, ਸੁਜੈਸਟ ਹੋ ਸਕਦਾ ਹੈ ਕਿ ਇਸ ਨੂੰ ਹੋਰ ਬ੍ਰੌਡ ਬਾਈਂਡ ਕਰਨਾ ਚਾਹੀਦਾ ਹੈਗਾ ਜਾਂ ਇਹਦੇ ਵਿੱਚ ਹੋਰ ਕਿਹਨੂੰ ਪਾਓ ਜਾਂ ਕਿਸ ਤਰੀਕੇ ਨਾਲ ਸਿਲੈਕਟ ਕਰੋ। ਜੀ ਜਸਟਿਸ ਵਰਮਾ, ਇੱਕ ਜਮਹੂਰੀਅਤ ਦਾ ਤਕਾਜ਼ਾ ਇਹ ਹੈ ਕਿ ਜਦੋਂ ਕੁਝ ਹੋ ਰਿਹਾ ਹੋਵੇ ਤੇ ਜਿਹੜੇ ਰੈਫਰੈਂਸਸ ਨਾਲ ਹੋ ਰਿਹਾ ਹੋਵੇ ਉਹਦੇ ਬਾਰੇ ਇੱਕ ਬਹਿਸ ਕੀਤੀ ਜਾਵੇ। ਜੇ ਕੋਈ ਗੁੰਜਾਇਸ਼ ਇਸ ਕਿਸਮ ਦੀ ਬਣਦੀ ਹੈ ਕਿ ਇਹਦੇ ਨਾਲ ਸਾਰੀਆਂ ਖਾਮੀਆਂ ਨਹੀਂ ਢਕੀਆਂ ਜਾਣਗੀਆਂ ਤਾਂ ਉਹ ਸਵਾਲ ਤਾਂ ਉਸੇ ਵੇਲੇ ਹੋਣਾ ਬਣਦਾ ਹੈ, ਬਜਾਏ ਇਸ ਦੇ ਕਿ ਆਪਾਂ 4 ਮਹੀਨੇ ਨੂੰ ਕਹੇ ਕਿ ਇਸ ਕਾਨੂੰਨ ਦੇ ਵਿੱਚ ਇਹ ਖਾਮੀਆਂ ਰਹਿ ਗਈਆਂ ਨੇ। ਇਹ ਤਾਂ ਗੱਲ ਅੱਜ ਹੀ ਹੋਣੀ ਚਾਹੀਦੀ ਹੈ ਨਾ ਕਿ ਇਹ ਖਾਮੀਆਂ ਦੂਰ ਕਿਵੇਂ ਕੀਤੀਆਂ ਜਾ ਸਕਦੀਆਂ ਨੇ। ਪਹਿਲਾਂ ਤਾਂ ਡਿਪੈਂਡ ਕਰਦਾ ਕਿ ਖਾਮੀਆਂ ਕੀ ਹੈਗੀਆਂ ਨੇ। ਜੀ, ਪਹਿਲਾਂ ਜਿਹੜਾ ਟੋਟਲ ਜਿਹੜਾ ਇਹਨਾਂ ਨੇ ਪਾਵਰਸ ਦਿੱਤੀਆਂ ਸਨ, 3 ਜੱਜਸ ਸਾਡੇ ਹਾਈ ਕੋਰਟ ਦੇ, ਅਗਰ ਹਾਈ ਕੋਰਟ ਦੀ ਅਪਾਇੰਟਮੈਂਟ ਹੈ, ਔਰ 3 ਜਾਂ 5 ਜੱਜਸ ਜੋ ਸੁਪਰੀਮ ਕੋਰਟ ਦੇ ਸਨ, ਉਹਨਾਂ ਨੂੰ ਟੋਟਲ ਪਾਵਰਸ ਇਹ ਦਿੱਤੀਆਂ ਹੋਈਆਂ ਸਨ ਕਿ ਉਹਨੂੰ ਮੋੜ ਲੈਣ, ਜੋੜ ਲੈਣ, ਜਿਹਨੂੰ ਮਰਜ਼ੀ ਅਪਾਇੰਟ ਕਰ ਲੈਣ। ਕਮ ਸੇ ਕਮ ਉਹ ਸਿਸਟਮ ਤਾਂ ਸਾਨੂੰ ਟੁੱਟਦਾ ਨਜ਼ਰ ਆ ਰਿਹਾ ਵਿੱਚ। ਹੁਣ ਰਿਕਮੈਂਡੇਸ਼ਨਸ ਹੋਣਗੀਆਂ, 7-8 ਬੰਦੇ ਉੱਤੇ ਹੋਣਗੇ ਜਿਹਨਾਂ ਕੋਲ ਜਾਣਗੀਆਂ, ਦੇ ਕੈਨ ਡਿਸਕਸ ਇਟ,
ਲੀਡਰ ਦਾ ਅਪੋਜੀਸ਼ਨ ਵੀ ਹੈ, ਨੋਮੀਨੀਜ਼ ਵੀ ਹੈ, ਲਾ ਮਿਨਿਸਟਰ ਵੀ ਹੈ। ਜ਼ਰੂਰੀ ਨਹੀਂ ਕਿ 3 ਜੱਜਸ ਮੈਜੋਰਟੀ 'ਚ ਰਹਿਣਗੇ। ਜੀ। ਇਹ ਦੂਸਰੀ ਗੱਲ ਹੈਗੀ ਹੈ ਨਹੀਂ, ਜਦੋਂ 6 ਮੈਂਬਰੀ ਕਮਿਸ਼ਨ ਹੈ ਤੇ 3 ਜੱਜ ਨੇ ਤੇ 50-50 ਤਾਂ ਹੋ ਹੀ ਗਏ। 50-50 ਤਾਂ ਹੋ ਗਏ, ਬਟ ਉਹਦੇ ਨਾਲ ਇਹ ਕਹਿੰਦਾ ਕਿ ਇਹਨੂੰ ਐਨਲਾਰਜ ਕਰਨਾ ਚਾਹੀਦਾ ਹੈ। ਇਟ ਸ਼ੁੱਡ ਬੀ 7 ਔਰ 9 ਜੀ। ਔਰ ਕੋਈ ਕਮੀ ਨਹੀਂ ਹੈਗੀ, ਬਾਕੀ ਬੰਦੇ ਵੀ ਵਿੱਚ ਹੋ ਸਕਦੇ ਨੇ। ਹਾਂ, ਗਵਰਨਮੈਂਟ ਦੇ ਇਲਾਵਾ ਇੰਡੀਪੈਂਡੈਂਟ ਬੰਦੇ ਉਹਦੇ ਵਿੱਚ ਜ਼ਿਆਦਾ ਹੋਣ ਤਾਂ ਬਹੁਤ ਚੰਗੀ ਗੱਲ ਹੈ। ਨਹੀਂ, ਗਵਰਨਮੈਂਟ ਤੋਂ ਇਲਾਵਾ ਇੰਡੀਪੈਂਡੈਂਟ ਬੰਦੇ ਕਿਵੇਂ ਹੋਣਗੇ? ਉਹਨਾਂ ਨੂੰ ਕੋਈ ਨਾ ਕੋਈ ਤੇ ਨਾਮਜ਼ਦ ਕਰੇਗਾ ਨਾ। ਜੇ ਸਰਕਾਰ ਨਾਮਜ਼ਦ ਕਰੇਗੀ, ਜਿੰਨੀਆਂ ਹੁਣ ਤੱਕ ਨਾਮਜ਼ਦਗੀਆਂ ਹੁੰਦੀਆਂ ਨੇ, ਚਾਹੇ ਉਹ ਕਮਿਸ਼ਨਾਂ 'ਚ ਹੁੰਦੀਆਂ ਨੇ, ਚਾਹੇ ਰਾਜ ਸਭਾ ਦੇ ਵਿੱਚ ਹੁੰਦੀਆਂ ਨੇ, ਉਹ ਸਾਰੀਆਂ ਬਾਰੇ ਅਸੀਂ ਚਰਚਾ ਕਰਦੇ ਹਾਂ ਨਾ ਕਿ ਇਹਦੇ ਲਈ ਕਿਹੜਾ ਜੋੜ ਤੋੜ ਕੀਤਾ ਗਿਆ, ਕਿਹੜੀਆਂ ਵਫਾਦਾਰੀਆਂ ਤੁਸੀਂ ਨਿਭਾਈਆਂ ਸੀਗੀਆਂ ਜਿਹੜੀਆਂ ਕੰਮ ਆਈਆਂ, ਜਾਂ ਜਦੋਂ ਪੁਰਾਣੇ ਜਿਹੜੇ ਅਫਸਰਸ਼ਾਹੀ ਨੂੰ ਨਾਮਜ਼ਦ ਕੀਤਾ ਜਾਂਦਾ ਕਮਿਸ਼ਨਾਂ 'ਚ, ਇਹ ਦੇਖਿਆ ਜਾਂਦਾ ਕਿ ਕਿਹੜੇ ਫੈਸਲੇ ਸੀਗੇ ਜਿਹੜੇ ਇਹ ਨਵੀਆਂ ਨਾਮਜ਼ਦਗੀਆਂ 'ਚ ਕੰਮ ਆਏ, ਤੇ ਉਹ ਹੁਣ ਵੀ ਲਾਗੂ ਰਹੂਗਾ ਉਸੇ ਤਰੀਕੇ ਨਹੀਂ, ਨਾਲ? ਉਹ ਗੱਲ ਠੀਕ ਹੈਗੀ। ਉਸ ਵਕਤ ਤੁਹਾਡੀ ਗੱਲ ਠੀਕ ਹੈ ਕਿ ਇਹ ਚੀਜ਼ ਹੋ ਰਹੀ ਹੈ, ਤਾਂ ਹੋ ਸਕਦਾ ਹੋਵੇ, ਹੋ ਸਕਦਾ ਨਾ ਵੀ ਹੋਵੇ। ਲੇਕਿਨ ਔਨ ਦ ਸੇਮ ਟਾਈਮ ਇੱਕ ਚੀਜ਼ ਤੁਸੀਂ ਔਰ ਨੋਟ ਕਰੋ ਕਿ ਜਿਤਨੇ ਵੀ ਜजेस ਜੋ ਵੀ ਹੁਣੀ ਜਜਮੈਂਟਸ ਦੇ ਰਹੀਆਂ ਨੇ, ਇਹ ਵੀ ਕਿਸੇ ਨਾ ਕਿਸੇ ਟਾਈਮ ਗਵਰਨਮੈਂਟ ਦੇ ਬੰਦੇ ਹੈਗੇ ਸਨ ਜੀ। ਔਰ ਗਵਰਨਮੈਂਟ ਦਾ ਹੱਥ ਸੀ ਇਹਨਾਂ ਦੇ ਅਪਾਇੰਟ ਕਰਨ ਦਾ। ਉਹ ਵੀ ਗਵਰਨਮੈਂਟ ਦੇ ਖਿਲਾਫ ਬੋਲ ਰਹੇ ਨੇ ਜੀ। ਜਦੋਂ ਬੰਦਾ ਇੱਕ ਸੀਟ ਦੇ ਉੱਤੇ ਬੰਦਾ ਹੈਗਾ ਜੀ, ਉਹ ਆਪਣੀ ਅਗਰ ਉਹਦੇ 'ਚ ਕੋਈ ਇੰਡੀਪੈਂਡੈਂਸ ਹੈਗੀ ਹੈ, ਤਾਂ ਉਹ ਇਹਨੂੰ ਭੁੱਲ ਸਕਦਾ ਹੈਗਾ ਕਿ ਮੇਰੀ ਐਕਚੁਅਲੀ ਡਿਊਟੀ ਇਹ ਹੈ, ਉਹ ਨਹੀਂ ਹੈਗੀ ਜੀ। ਜਦੋਂ ਪਾਵਰ 'ਚ ਬੰਦਾ ਆਉਂਦਾ ਹੈ ਤਾਂ ਕੋਈ ਨਾ ਕੋਈ ਵਿੱਚ ਆਵਾਜ਼ ਆਉਂਦੀ ਹੈਗੀ ਕਿ ਮੈਂ ਕਿਹੜੇ ਮੇਰੇ ਕੀ ਫੰਕਸ਼ਨ ਹੈਗੇ, ਕੀ ਕਰਨਾ ਹੈ। ਇਹ ਜੱਜਸ ਵਿੱਚ ਹੀ ਹੈ ਤੇ ਉਹਨਾਂ ਦੇ ਵਿੱਚ ਹੀ ਹੈਗੀ। ਇਹਦੇ ਕੋਈ ਨਹੀਂ। ਪਰ ਇਸ ਗੱਲ ਦੇ ਉੱਤੇ ਕਿ ਇਸ ਤਰ੍ਹਾਂ ਇਹ ਹੋ ਨਾ ਜਾਏ ਕਿ ਐਵੇਂ, ਤਾਂ ਜੋ ਕੁਝ ਸਾਨੂੰ ਮਿਲ ਰਿਹਾ ਹੈਗਾ, ਜੋ ਕੁਝ ਕਰ ਰਹੇ ਨੇ, ਉਹ ਗਵਰਨਮੈਂਟ ਉਹ ਵੀ ਨਾ ਕਰੇ, ਫਿਰ ਗੱਲ ਉੱਥੇ ਸਟੇਟਸ ਕੋਈ ਰਹਿ ਜਾਏ। ਵਰਮਾ ਜੀ ਨੇ ਗੱਲ ਕਹੀ ਜੋ ਕੁਝ ਮਿਲ ਰਿਹਾ, ਲਾਈਕ ਜਿਵੇਂ ਕੋਈ ਖੈਰਾਤ ਸਾਨੂੰ ਦੇ ਰਿਹਾ ਹੋਵੇ ਨਾ, ਇਸ ਕਰਕੇ ਸਾਨੂੰ ਖੁਸ਼ ਹੋਣਾ ਚਾਹੀਦਾ। ਵਰਮਾ ਜੀ ਮੈਂ ਦੱਸਦੇ ਹਾਂ ਕਿ ਲੋਕਾਂ ਨੂੰ ਖੈਰਾਤ ਸਰਕਾਰ ਨਹੀਂ ਦੇ ਰਹੀ ਹੈ, ਲੋਕਾਂ ਦੀ ਡਿਮਾਂਡ ਹੈ, ਲੋਕਾਂ ਦਾ ਦਬਾਅ ਹੈ, ਸਰਕਾਰ ਨੂੰ ਕਰਨਾ ਪੈ ਰਿਹਾ। 20 ਸਾਲ ਲੱਗੇ ਨੇ। ਦੂਜੀ ਗੱਲ, ਵਰਮਾ ਜੀ ਨੇ ਕਿਹਾ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ? ਜਦੋਂ 1993 ਚ ਜਜਮੈਂਟ ਆਇਆ ਸੀ, ਨੁਕਤਾਚੀਨੀ ਨਹੀਂ ਕੀਤੀ। ਵਰਮਾ ਜੀ ਵੀ ਉਦੋਂ ਵਕੀਲ ਰਹਿੰਦੇ ਸੀਗੇ। ਉਹ ਸਾਰੇ ਲੋਕਾਂ ਨੇ ਜੇ ਨੁਕਤਾਚੀਨੀ ਕੀਤੀ ਹੁੰਦੀ, ਜਿਹੜਾ ਤੁਸੀਂ ਅੱਜ ਕਹਿ ਰਹੇ ਹੋ ਕਿ ਬੜੇ ਗੜਬੜ ਹੋਈ, ਉਹ ਸ਼ਾਇਦ ਨਾ ਹੁੰਦੀ। ਫਿਰ ਜੇ ਉਹ ਨਿਸ਼ਪਕਸ਼ਤਾ ਆ ਜਾਂਦੀ ਅਪਾਇੰਟਮੈਂਟ ਤੋਂ ਬਾਅਦ, ਫਿਰ ਹੁਣ ਜਿਹੜੀ ਅਪਾਇੰਟਮੈਂਟ ਹੋ ਰਹੀ ਸੀ ਉਹਦੇ ਵਿੱਚ ਕੀ ਗੜਬੜ ਸੀ? ਜੇ ਨਿਸ਼ਪਕਸ਼ਤਾ ਇਸ ਤਰ੍ਹਾਂ ਹੀ ਆ ਜਾਂਦੀ ਹੈ ਤਾਂ ਇਸ ਕਰਕੇ ਅਨੁਭਵ ਇਹ ਨਹੀਂ ਦੱਸਦਾ ਕਿ ਇਸ ਤਰ੍ਹਾਂ ਹੋਇਆ। ਅਨੁਭਵ ਇਹ ਦੱਸਦਾ ਹੈ ਕਿ ਉਹ ਸਿਸਟਮ ਫੇਲ ਹੋ ਗਿਆ। ਹਾਂ, ਉਹ ਅਸੀਂ ਸਿਸਟਮ ਨੂੰ ਚੇਂਜ ਕਰਨਾ ਹੈ। ਹਾਂ, ਇਸ ਕਰਕੇ 20 ਸਾਲ ਹੁਣ ਲਾਏ, 20 ਸਾਲ ਹੋਰ ਦੁਬਾਰਾ ਲਾਈਏ। ਦੂਜੀ ਗੱਲ, ਜਿਨ੍ਹਾਂ ਕਾਰਨਾਂ ਕਰਕੇ ਉਹ ਪ੍ਰਬੰਧ ਨਾਕਾਮਯਾਬ ਹੋਇਆ, ਉਹ ਨਾਕਾਮਯਾਬੀਆਂ ਦਾ ਵੀ ਬੰਦੋਬਸਤ ਕਰਨਾ। ਦੂਜੀ ਮੈਂ ਗੱਲ ਕਹਿ ਰਿਹਾ ਸੀ, ਜਿਹੜੀ ਸਿਲੈਕਸ਼ਨ ਕਮੇਟੀ ਦੇ ਵਿੱਚ ਸਰਕਾਰਾਂ ਲਗਾਤਾਰ ਕਰਦੀਆਂ ਨੇ, ਸੀਵੀਸੀ ਦੇ ਤੌਰ ਤੇ ਥਾਮਸ ਦੀ ਅਪਾਇੰਟਮੈਂਟ ਹੋਈ ਜੀ, ਜਾਂ ਹਰਿਆਣਾ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਦੀ ਅਪਾਇੰਟਮੈਂਟ ਹੁੰਦੀ ਹੈ ਜੀ, ਲੀਡਰ ਆਪੋਜੀਸ਼ਨ ਅਪੋਜ਼ ਕਰਦਾ ਹੈ, ਸਰਕਾਰ ਫਿਰ ਵੀ ਅਪਾਇੰਟ ਕਰਦੀ ਹੈ। ਉਹ ਕਿੰਨਾ ਤੁਸੀਂ ਉਹਨੂੰ ਨਿਸ਼ਪਕਸ਼ ਬਣਾ ਰਹੇ ਹੋ? ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਸਿਲੈਕਸ਼ਨ ਕਮੇਟੀ ਨਾ ਰਿਕਮੈਂਡ ਕਰਦੀ ਹੈ 2 ਮਿੰਟ ਪਰਸਨ ਦੇ, 2 ਜੱਜਾਂ ਦੇ, ਫਲਾਣੇ ਦੇ, ਉਹ ਪਹਿਲਾਂ ਕੀ ਲੋਕਾਂ ਦੇ ਵਿੱਚ ਪ੍ਰਚਾਰਿਤ ਕੀਤੇ ਜਾਣਗੇ, ਲੋਕਾਂ ਦੇ ਕਮੈਂਟਸ ਮੰਗੇ ਜਾਣਗੇ, ਕੀ ਪਹਿਲਾਂ ਸਾਰਵਜਨਿਕ ਕਰ ਦਿੱਤੇ ਜਾਣਗੇ? ਜੇ ਉਹ ਸਿਸਟਮ ਨਹੀਂ ਬਦਲਦੇ ਤੇ ਫਿਰ ਤੁਸੀਂ ਇਹਨੂੰ ਹੋਰ ਵੱਡਾ ਵੀ ਕਰ ਲਓਗੇ ਤਾਂ ਵੀ ਦਿੱਕਤਾਂ ਰਹਿਣੀਆਂ ਨੇ ਜੀ। ਇਸ ਕਰਕੇ ਤੁਹਾਨੂੰ ਵੀ ਕੁਝ ਮੂਲਭੂਤ ਚੀਜ਼ਾਂ ਨੂੰ ਬਦਲਣਾ ਪਏਗਾ ਕਿ ਜਿਹੜਾ ਪੂਰਾ ਸਿਸਟਮ ਹੈ, ਪਹਿਲੇ ਸਿਲੈਕਸ਼ਨ ਕਮੇਟੀ ਜਿਹੜੇ ਮੈਂਬਰਸ ਬਣਾਏਗੀ ਇਸ ਕੋਲੀਜੀਅਮ ਦੇ ਜਾਂ ਇਸ ਬੋਡੀ ਦੇ, ਉਹਨਾਂ ਬਾਰੇ ਇਸ ਤਰ੍ਹਾਂ ਵਿਸਤਾਰ ਨਾਲ ਚਰਚਾ ਹੋਣੀ ਚਾਹੀਦੀ ਹੈ, ਲੋਕਾਂ ਦੀ ਸ਼ਿਕਾਇਤਾਂ, ਲੋਕਾਂ ਦੀ ਗੱਲਾਂ ਆਉਣੀ ਚਾਹੀਦੀਆਂ ਨੇ। ਫਿਰ ਜਿਹੜਾ ਵੀ ਕੋਲੀਜੀਅਮ, ਜਿਹੜੀ ਵੀ ਕਮਿਸ਼ਨ ਬਣੇ, ਉਹ ਜਿਨ੍ਹਾਂ ਦੇ ਜੱਜ ਦੇ ਨਾਂ ਤੇ ਕੰਸੀਡਰ ਕਰੇ, ਉਹ ਲੋਕਾਂ ਦੇ ਸਾਹਮਣੇ ਹੋਣ, ਲੋਕ ਵੀ ਆਪਦੀ ਸੂਚਨਾਵਾਂ ਦੇ ਸਕਣ, ਲੋਕ ਉਹਤੇ ਕਮੈਂਟ ਕਰ ਸਕਣ, ਤੇ ਉਹਨਾਂ ਸਾਰਿਆਂ ਨੂੰ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ। ਹੁਣ ਸਭ ਤੋਂ ਵੱਡੀ ਦਿੱਕਤ ਕੀ ਸੀ, ਚਾਹੇ ਐਗਜ਼ੀਕਿਊਟਿਵ ਕਰਦੀ ਸੀ, ਚਾਹੇ ਜੁਡੀਸ਼ਰੀ ਕਰਦੀ ਸੀ, ਕਿ ਬਹੁਤ ਸੀਕ੍ਰੀਟਿਵ ਤਰੀਕੇ ਨਾਲ ਹੁੰਦੇ ਸੀ। ਅਚਾਨਕ ਪਤਾ ਲੱਗਦਾ ਸੀ ਫਲਾਣੇ ਦੇ ਚਿਹਤਾ ਸੀ, ਹੋ ਗਿਆ। ਜਦੋਂ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੋਲੀ ਜਾਓ, ਜਦੋਂ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੋਲਦੇ ਹੋ ਤਾਂ ਕੰਟੈਂਪਟ ਆਫ ਕੋਰਟ ਬਣਦੀ ਹੈ। ਸਾਡੇ ਇੱਥੇ ਹਾਈ ਕੋਰਟ ਦੇ ਅਨੁਭਵ ਨੇ, ਲੋਕਾਂ ਨੇ ਬਾਅਦ ਚ ਬੋਲੇ ਤੇ ਉਹਨਾਂ ਦੇ ਕੰਟੈਂਪਟ ਦੇ ਕੇਸ ਝੇਲਣੇ ਪਏ ਉਹਨਾਂ ਨੂੰ। ਇਸ ਕਰਕੇ ਤੁਸੀਂ ਮੈਕੈਨਿਜ਼ਮ ਕਿਉਂ ਨਹੀਂ ਅਜਿਹਾ ਬਣਾਉਂਦੇ ਜਿਹਦੇ ਵਿੱਚ ਸ਼ੁਰੂ ਤੋਂ ਹੀ ਕੁਛ ਇਹੋ ਜਿਹੀ ਗੱਲਾਂ ਹੋਣ ਕਿ ਲੋਕਾਂ ਕੋਲ ਸਪੇਸ ਹੋਵੇ, ਇਹ ਸਮਾਜ ਕੋਲ ਸਪੇਸ ਹੋਵੇ ਕਿ ਉਹ ਸਵਾਲ ਕਰ ਸਕੇ, ਜਿਹਦੇ ਵਿੱਚ ਇੱਕ ਨਿਸ਼ਪਕਸ਼ਤਾ ਦੀ ਉਮੀਦ ਬਣੇ। ਜਦੋਂ ਸਾਹਮਣੇ ਸਾਡੇ ਸਵਾਲ ਖੜੇ ਹੋਣ ਤੇ ਅਸੀਂ ਚੁੱਪ ਰਹੀਏ, ਕਿਉਂਕਿ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ। ਇਸ ਗੱਲ ਨਾਲ ਮੈਂ ਸਹਿਮਤ ਹਾਂ। ਉਹਦਾ ਜਵਾਬ ਇਹ ਹੈ, ਜਿਹੜਾ ਜੁਡੀਸ਼ੀਅਲ ਕਮਿਸ਼ਨ ਬਣੇਗਾ ਉਹਦੇ ਰੂਲਸ ਵੀ ਬਣਨਗੇ, ਰੈਗੂਲੇਸ਼ਨਸ ਵੀ ਬਣਨਗੇ। ਜੁਡੀਸ਼ੀਅਲ ਕਮਿਸ਼ਨ ਇਟਸੈਲਫ ਕੈਨ ਆਸਕ ਕਿ ਆ ਬੰਦਿਆਂ ਦੇ ਨਾਂ ਰਿਕਮੈਂਡ ਹੋਏ ਨੇ ਜਾਂ ਵੀ ਆਰ ਗੋਇੰਗ ਟੂ ਕੰਸੀਡਰ ਜੀ। ਪਬਲਿਕ ਗਗਨ ਤੁਸੀਂ ਕੁਝ ਕਹਿਣ ਲੱਗੇ। ਇੱਕ ਹੋਰ ਗੱਲ ਹੈਗੀ ਹੈ ਕਿ ਜੁਡੀਸ਼ੀਅਲ ਕਮਿਸ਼ਨ ਦਾ ਮਤਲਬ ਇਹ ਹੈਗਾ ਕਿ ਉਹ ਬੰਦੇ ਜਿਹੜੇ ਇਨ ਸਰਵਿਸ ਹੈਗੇ ਨੇ, ਕੁਰਸੀ ਤੇ ਨੇ, ਉਹ ਬੰਦੇ ਜਿਹੜੇ ਬਣਨ ਵਾਲੇ ਨੇ, ਪਬਲਿਕ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਹੱਕ ਵਿੱਚ ਜੁਡੀਸ਼ੀਅਲ ਕਮਿਸ਼ਨ ਲਿਖ ਸਕਦੀ ਹੈਗੀ ਜੀ। ਲਿਖ ਹੁਣ ਵੀ ਸਕਦੀ ਸੀ, ਲਿਖ ਹੁਣ ਵੀ ਸਕਦੀ ਹੈ, ਪਰ ਜਦੋਂ ਪਤਾ ਹੀ ਨਹੀਂ ਲੱਗੇਗਾ, ਜਦੋਂ ਇਹ ਪਤਾ ਹੀ ਨਹੀਂ ਲੱਗੇਗਾ, ਆਪਾਂ ਕਿੱਥੋਂ ਲੈ ਲਿਆ ਕਿ ਪਤਾ ਨਹੀਂ ਲੱਗੇਗਾ। ਨਹੀਂ ਹੁਣ ਕਿਉਂਕਿ ਆਮ ਤੌਰ ਤੇ ਬਹੁਤ ਖੁਫੀਆ ਢੰਗ ਨਾਲ ਇਹ ਸਾਰੀਆਂ ਨਿਯੁਕਤੀਆਂ ਕੀਤੀਆਂ ਨੇ। ਕੀ ਉਹਦੇ ਚ ਤੁਸੀਂ ਲਿਖ ਨਹੀਂ ਸਕਦੇ ਸੀ ਕਿ ਅਪਾਇੰਟਮੈਂਟ ਕਰ ਰਹੇ ਹੋ ਗਲਤ ਹੈ? ਪਰ ਅੱਜ ਤੱਕ ਇਹ ਕੇਸ ਦੱਸੋ ਨਾ ਜਿਹਦੇ ਲੋਕਾਂ ਨੇ ਲਿਖਿਆ ਹੋਵੇ ਤੇ ਉਹ ਤੇ ਵਿਚਾਰ ਕੀਤਾ ਗਿਆ ਹੋਵੇ। ਉਹ ਕਿਸੇ ਕਮੇਟੀ 'ਚ ਨਹੀਂ ਜਾਂਦਾ ਜਿਹੜਾ ਤੁਸੀਂ ਅੱਜ ਲਿਖੋਗੇ। ਜੁਡੀਸ਼ੀਅਲ ਕਮਿਸ਼ਨ ਜਿਹੜਾ ਨਾ, ਉਹਦੇ ਬਕਾਇਦਾ ਕਮੇਟੀ ਹੈ,
ਹੋ ਸਕਦਾ ਹੈ ਉਹਨਾਂ ਇਹ ਸਾਰਾ ਸਿਸਟਮ ਉਹ ਆਪਣੇ ਜਿਹੜੇ ਰੂਲਸ ਬਣਾਉਣ ਰੈਗੂਲੇਸ਼ਨਸ ਬਣਾਉਣ ਦੇ ਵਿਲ ਸੀ ਟੂ ਇਟ ਕਿ ਟਰਾਂਸਪੇਰੈਂਸੀ ਆਵੇ ਜੀ, ਟਰਾਂਸਪੇਰੈਂਸੀ ਜ਼ਰੂਰੀ ਹੈ ਜੀ। ਹਰ ਜੱਜ ਅਪਾਇੰਟਮੈਂਟ ਵਾਸਤੇ ਟਰਾਂਸਪੇਰੈਂਸੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜੁਡੀਸ਼ਰੀ ਤੇ ਐਗਜ਼ੈਕਟਿਵ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਸਰਕਾਰ ਦੀ ਇੰਟਰਫੇਰੈਂਸ ਹੋਏਗੀ ਇਸ ਜਿਹੜੀ ਆਪਾਂ ਪਹਿਲਾਂ ਇੱਥੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਇਸ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਨਾਲ ਸਰਕਾਰ ਦੀ ਇੰਟਰਫੇਰੈਂਸ ਜੁਡੀਸ਼ੀਅਲ ਡਿਸੀਜਨ ਚ ਵੱਧ ਜਾਵੇਗੀ। ਮੇਰੇ ਖਿਆਲ ਦੇ ਵਿੱਚ ਅਜਿਹੇ ਚਾਂਸਸ ਨਹੀਂ ਹੋਣਗੇ, ਬਲਕਿ ਇਹਦੇ ਨਾਲ ਇੱਕ ਬੈਲੈਂਸ ਚੀਜ਼ ਹੋਏਗੀ। ਦੋਨੋਂ ਇੱਕ ਦੂਜੇ ਤੇ ਚੈੱਕ ਰੱਖ ਇੱਕ ਸਕਿੰਟ ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਰਕਾਰ ਦੀ ਰਿਪਰੈਜ਼ੈਂਟੇਸ਼ਨ ਆਉਂਦੀ ਹੈ, ਪ੍ਰਾਈਮ ਮਿਨਿਸਟਰ ਆਉਂਦੇ ਨੇ ਜਾਂ ਉਹਨਾਂ ਦੇ ਕਾਨੂੰਨ ਮੰਤਰੀ ਆਉਂਦੇ ਨੇ ਜਾਂ ਲੀਡਰ ਆਫ ਆਪੋਜੀਸ਼ਨ ਆਉਂਦੇ ਨੇ। ਲੀਡਰ ਆਫ ਆਪੋਜੀਸ਼ਨ ਦੀ ਇੰਪੋਰਟੈਂਸ ਅਸੀਂ ਜਿਵੇਂ ਗਦਾਰਾ ਜੀ ਨੇ ਕਿਹਾ ਥਾਮਸ ਕੇਸ 'ਚ ਦੇਖੀ ਹੈ। ਸੁਸ਼ਮਾ ਸਵਰਾਜ ਦੇ ਡੈਸੈਂਟ ਨੋਟ ਦੇ ਉੱਤੇ ਹੀ ਸੁਪਰੀਮ ਕੋਰਟ ਨੇ ਉਸਦੀ ਅਪਾਇੰਟਮੈਂਟ ਨੂੰ ਕੁਐਸ਼ ਕੀਤਾ ਸੀ। ਜਦੋਂ ਇੱਕ ਚੈੱਕ ਐਂਡ ਬੈਲੈਂਸ ਡੈਮੋਕ੍ਰੇਸੀ ਦੇ ਤਿੰਨੇ ਪਿਲਰਸ 'ਚ ਬਣੇਗਾ। ਦੂਸਰੀ ਗੱਲ ਇਹ ਹੈ ਕਿ ਸਰਕਾਰ ਹਮੇਸ਼ਾ ਸਰਕਾਰ ਦੀ ਅਕਾਊਂਟੇਬਿਲਿਟੀ ਹੁੰਦੀ ਹੈ ਪਬਲਿਕ ਵੱਲ। ਜੁਡੀਸ਼ਰੀ ਦੀ ਹਾਲੇ ਤੱਕ ਕਿਸੇ ਵੱਲ ਕੋਈ ਅਕਾਊਂਟੇਬਿਲਿਟੀ ਨਹੀਂ ਹੈ। ਇਹ ਇੱਕ ਮੇਰੇ ਨਾਲ ਇਹ ਨਾਲ ਸਹਿਮਤ ਹੋਣਗੇ। ਜਿਹੜਾ ਕਮਿਸ਼ਨ ਹੈ ਉਹ ਕੋਈ ਅਕਾਊਂਟੇਬਿਲਿਟੀ ਫਿਕਸ ਕਰੇਗਾ, ਕੋਈ ਜਵਾਬਦੇਹੀ ਤੈਅ ਕਰੇਗਾ ਉਹਨਾਂ ਦੀ? ਜਵਾਬਦੇਹੀ ਘੱਟੋ ਘੱਟ ਜਿਹੜੇ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਤਾਂ ਅਕਾਊਂਟੇਬਿਲਿਟੀ ਆਪਾਂ ਨੂੰ ਲੋਕਾਂ ਨੂੰ ਦੇ ਸਕਦੇ ਨੇ। ਜੇ ਜੁਡੀਸ਼ਰੀ ਨਹੀਂ ਹਾਲੇ ਤੱਕ ਦੇ ਸਕ ਰਹੀ 50% ਰਹਿ ਜਾਣਗੇ। ਤਿੰਨ ਤਾਂ ਜੱਜ ਨੇ ਉਹਦੇ ਵਿੱਚ ਤੇ ਉਹਨਾਂ ਦੀ ਅਕਾਊਂਟੇਬਿਲਿਟੀ ਬਣਦੀ ਨਹੀਂ ਕਿਤੇ। ਦੈਟਸ ਵਾਈ ਮੈਂ ਤੁਹਾਨੂੰ ਕਹਿ ਰਿਹਾ ਨਾ ਇਹ ਇੱਕ ਜਿਹੜੀ ਗੱਲ ਸੇ ਅਚਾਨਕ ਕਹਿਤਾ ਕਿ ਬੈਲੈਂਸ ਬਣਦਾ, ਮੈਂ ਕਹਿ ਰਿਹਾ ਬੈਲੈਂਸ ਕਿਹਦੇ ਵਿੱਚ ਬਣਦਾ? ਜਿਹੜੀ ਪੋਲੀਟੀਕਲ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਉਹਨਾਂ ਦੇ ਵਿੱਚ ਬਣਦਾ। ਪੂਰਾ ਦੇਸ਼, ਪੂਰੀ ਪਾਰਲੀਮੈਂਟ, पूरा ਸਾਰੇ ਬਾਹਰ ਜੋ ਸਰਕਾਰ ਹੈ ਉਹ ਲੋਕਾਂ ਨੂੰ ਹੀ ਰਿਪਰੈਜ਼ੈਂਟ ਕਰਦੀ ਹੈ। ਸਰਕਾਰ ਹੈ ਲੋਕਾਂ ਨੂੰ ਹੀ ਰਿਪਰੈਜ਼ੈਂਟ ਕਰਦੀ ਹੈ। ਉੱਥੇ ਲੋਕ ਨਹੀਂ ਸੁਜੈਸ਼ਨ ਦਿਓ ਕੀ ਬੰਤਰ ਹੋਣੀ ਚਾਹੀਦੀ ਉਹਦੀ। ਮੈਂ ਤੁਹਾਨੂੰ ਇਹਦੇ ਬਾਰੇ ਚਰਚਾ ਕਰਨੀ ਨਹੀਂ ਮੈਂ ਵੀ ਗੱਲ ਕਰਦਾ। ਮੈਂ ਤੁਹਾਡੇ ਪੁਆਇੰਟ ਕੱਟਣਾ ਚਾਹ ਰਹੀ ਹਾਂ। ਜੋ ਤੁਸੀਂ ਕਹਿੰਦੇ ਹੋ ਕਿ ਲੋਕਾਂ ਦੀ ਜੋ ਸਰਕਾਰ ਹੈ ਉਹ ਲੋਕਾਂ ਦੀ ਆਵਾਜ਼ ਹੈ। डायरेक्ट ਤੁਸੀਂ लोग नहीं ये बहुत पुराना विचार हो गया कि सरकार लोगों को हमेशा रिप्रेजेंट करती है। सरकार क्योंकि अकाउंटेबिलिटी है। सरकार ने 5 साल बाद लोग का वापस जाना होगा। नहीं लोकतंत्र ये नहीं डिमांड करता कि 5 साल के लिए आपने चुन दिया और अब आप जो भी फैसला करो। लोग जिसको चुनते हो पार्लियामेंट को चुनते हैं और पार्लियामेंट को इस पूरे बिल के अंदर कहीं कोई प्रतिनिधित्व नहीं है। जो अपोजिशन लीडर एक है उसको आपने ऊपर रखा है। ਜਿਹੜਾ ਕਾਨੂੰਨ ਮੰਤਰੀ ਹੈ, ਕਾਨੂੰਨ ਮੰਤਰੀ ਸਰਕਾਰ ਦਾ ਹੀ ਨੁਮਾਇੰਦਾ ਹੈ ਤੇ ਉਹ ਪਾਰਲੀਮੈਂਟ ਸਰਕਾਰ ਲੋਕਾਂ ਦੀ 5 ਸਾਲ ਵਾਸਤੇ ਹਮੇਸ਼ਾ ਪਰਮਾਨੈਂਟ ਪ੍ਰਤੀਨਿਧਤਵ ਲੈ ਕੇ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਪਾਰਲੀਮੈਂਟ ਦਾ ਕੋਈ ਨੁਮਾਇੰਦਾ ਨਹੀਂ ਹੈਗਾ, ਪਾਰਲੀਮੈਂਟ ਨੂੰ ਕੋਈ ਰਿਪਰੈਜ਼ੈਂਟ ਨਹੀਂ ਕਰਦਾ, ਕਾਨੂੰਨ ਸਰਕਾਰ ਦਾ ਨੁਮਾਇੰਦਾ ਹੈ ਨਾ ਮਿਨਿਸਟਰ ਜੀ। ਸਰਕਾਰ ਦਾ ਨੁਮਾਇੰਦਾ ਪਹਿਲਾਂ ਇਹਦੇ ਵਿੱਚ ਇਹ ਸੀਗਾ ਕਿ ਜਿਹੜਾ ਅਪੋਜੀਸ਼ਨ ਲੀਡਰ ਹੈ ਉਹ ਇਹਦੀ ਕਮੇਟੀ ਦੇ ਵਿੱਚ ਹੋਏਗਾ, ਜਿਹੜਾ ਇਸ ਕਮਿਸ਼ਨ ਬਣੇਗਾ ਇਹਦੇ ਵਿੱਚ ਹੋਏਗਾ। ਹੁਣ ਉਹਨੂੰ ਸਿਲੈਕਸ਼ਨ ਕਮੇਟੀ 'ਚ ਪਾ ਦਿੱਤਾ ਗਿਆ। ਜਦੋਂ ਉਹਨੂੰ ਸਿਲੈਕਸ਼ਨ ਕਮੇਟੀ 'ਚ ਪਾਇਆ ਗਿਆ ਤੇ ਕੀਤਾ ਜਾ ਸਕਦਾ ਹੈ ਰਾਜ ਸਭਾ ਦਾ ਜਿਹੜਾ ਅਪੋਜੀਸ਼ਨ ਲੀਡਰ ਹੋਏਗਾ ਉਹਨੂੰ ਇਸ ਕਮਿਸ਼ਨ 'ਚ ਪਾ ਦਿੱਤਾ ਜਾਵੇ। ਇਹ ਹੋਰ ਬਿਹਤਰ ਹੋ ਸਕਦਾ ਸੀ। मतलब ਜਦੋਂ ਤੁਸੀਂ ਪੋਲੀਟੀਕਲ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਪਹਿਲਾਂ ਇੱਕ ਕੋਲ ਪਾਵਰ ਸੀ ਫਿਰ ਦੂਜੇ ਕੋਲ ਆ ਗਈ, ਹੁਣ ਦੋਵਾਂ ਨੂੰ ਮਿਲਾਤਾ। ਹੁਣ ਇਹਦੇ ਵਿੱਚ ਜਿਹੜਾ ਅਨੁਭਵ ਦੱਸਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ 5 ਜੱਜ ਮਿਲ ਕੇ ਜੇ ਗੜਬੜ ਕਰਦੇ ਸੀ। ਅਲਮਤਾਜ਼ ਕਬੀਰ ਦਾ ਗੁਜਰਾਤ ਦੇ ਹਾਈ ਕੋਰਟ ਜੱਜ ਦਾ ਤੁਸੀਂ ਗੱਲ ਕੀਤੀ ਕਿ ਉਹਦੇ ਚ ਕਬੀਰ ਨੇ ਇਕੱਲੇ ਨੇ ਅਪਾਇੰਟਮੈਂਟ ਕੀਤੀ ਸੀ, 5 ਜੱਜ ਸੀਗੇ। ਇਹ ਗੱਲ ਠੀਕ ਹੈ ਨਾ? ਜੇ ਉਹ 5 ਨੇ ਮਿਲ ਕੇ ਕੋਈ ਗੜਬੜ ਹੋਈ ਤੇ ਤੁਹਾਨੂੰ ਬੈਲੈਂਸ ਕਿੱਥੇ ਕਰਨਾ ਹੈ? ਇਸ ਤਰ੍ਹਾਂ ਦੇ ਡਿਫਰੈਂਟ ਵੌਇਸਿਸ ਹੋਣ ਕਿ ਉਹਨਾਂ ਦੇ ਵਿੱਚ ਕੋਈ ਕਿਸੇ ਗਲਤ ਫੈਸਲਾ ਲੈਣ ਲੱਗੇ, ਇੱਕ ਨਾ ਬਣਨ ਦੀ ਸੰਭਾਵਨਾ ਪੈਦਾ ਕਰੋ। ਜੇ ਉਹ ਨਹੀਂ ਕਰ ਰਹੇ, ਅਸੀਂ ਜੇ ਉਹ ਪ੍ਰਤੀਨਿਧਿਤਵ ਨਹੀਂ ਦੇ ਰਹੇ ਲਾਇਰਸ ਕਮਿਊਨਿਟੀ ਨੂੰ, ਬਾਰ ਕਾਉਂਸਲ ਨੂੰ, ਕਿਤੇ ਕੋਈ ਪ੍ਰਤੀਨਿਧਿਤਵ ਨਹੀਂ ਹੈ। ਇਹਦੇ ਬਾਰੇ ਕਿਉਂ ਨਹੀਂ ਵਿਚਾਰ ਹੋਣਾ ਚਾਹੀਦਾ ਕਿ ਲੋਕਾਂ ਦਾ ਪ੍ਰਤੀਨਿਧਿਤਵ, ਵਕੀਲਾਂ ਦਾ ਪ੍ਰਤੀਨਿਧਿਤਵ ਕਿਸ ਤਰ੍ਹਾਂ ਹੋਵੇ? ਇਹ ਸਾਰੇ ਸਵਾਲ ਨੇ। ਜਿਵੇਂ ਪਹਿਲਾਂ ਕੀ ਸੀਗਾ, ਐਮੀਨੈਂਟ ਜੂਰਿਸਟ ਹੋਣਗੇ, ਹੁਣ ਉਹਨਾਂ ਨੂੰ ਐਮੀਨੈਂਟ ਪਰਸਨ ਕਰਤਾ, ਇਟਸ ਆਲ ਰਾਈਟ। ਪਰ ਜਿਹੜੇ ਜੂਰਿਸਟ ਨੇ ਉਹਨਾਂ ਦੀ ਪੋਜੀਸ਼ਨ ਨੂੰ ਤੁਸੀਂ ਕਿੱਥੇ ਰੱਖੋਗੇ? ਇਹ ਹੋਰ ਵੱਡਾ ਹੁੰਦਾ। ਜੇ ਇਹ ਜਿਹਾ ਕਮਿਸ਼ਨ ਜੇ ਵੱਡਾ ਵੀ ਹੋਏਗਾ ਤੇ ਉਹਦੇ ਵਿੱਚ ਕੋਈ ਕੰਮ ਰੁਕ ਨਹੀਂ ਜਾਏਗਾ। ਹੋ ਸਕਦਾ ਜ਼ਿਆਦਾ ਬੈਲੈਂਸ ਰਹੇ। ਮਤਲਬ ਜਿਵੇਂ ਵਰਮਾ ਜੀ ਨੇ ਕਿਹਾ ਕਿ 7 ਮੈਂਬਰਾਂ ਦਾ ਹੋਵੇ, 9 ਮੈਂਬਰਾਂ ਦਾ ਹੋਵੇ ਜਾਂ 11 ਮੈਂਬਰਾਂ ਦਾ ਵੀ ਹੋਵੇ। ਹੋਰ ਚੁਣ ਲਓ। ਵਰਮਾ ਜੀ ਦੀ ਗੱਲਾਂ ਨੇ ਥੋੜਾ ਇੰਨਾ ਜੋੜਨਾ ਚਾਹਨਾ, ਉਹ ਵੱਡਾ ਹੋਵੇ, ਉਹਦੇ ਵਿੱਚ ਪ੍ਰਤੀਨਿਧਿਤਵ ਸਰਕਾਰ ਤੇ ਜੁਡੀਸ਼ਰੀ ਤੋਂ ਇਲਾਵਾ ਬਾਹਰ ਦਾ ਵੀ, ਬਾਹਰ ਦੇ ਬੰਦੇ, ਜੋ ਦੋਵਾਂ ਦੀ 4-4 ਕਰਦੇ ਹੋਗੇ, 3-3 ਦੀ ਥਾਂ ਤੇ ਜੁਡੀਸ਼ੀਅਲ ਬੈਕਗ੍ਰਾਉਂਡ ਦੀ ਨੁਮਾਇੰਦਗੀ ਕਰਦੇ ਹੋ, ਫਰਕ ਨਹੀਂ ਪੈਣਾ। ਗਗਨ, ਇਹਦੇ ਵਿੱਚ ਜੋ ਸਾਡੇ ਸਾਹਮਣੇ ਖਰੜਾ ਹੈਗਾ, ਇਹਦੇ ਵਿੱਚ ਜੇ ਨਵੀਆਂ ਤਜਵੀਜ਼ਾਂ ਜੋੜਨੀਆਂ ਹੋਣ ਕਿ ਆਹ ਸੋਧਾਂ ਹੋਣੀਆਂ ਜ਼ਰੂਰੀਆਂ ਨੇ, ਉਹਨਾਂ ਦੀ ਕਿਵੇਂ ਤੁਸੀਂ ਨਿਸ਼ਾਨਦੇਹੀ ਕਰੋਗੇ? ਨਿਸ਼ਾਨਦੇਹੀ ਜਿਸ ਤਰ੍ਹਾਂ ਕਿ ਜੁਡੀਸ਼ੀਅਲ ਬੈਕਗ੍ਰਾਉਂਡ ਤੋਂ ਵੀ ਉਹਨਾਂ ਦੀ ਵੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਤੇ ਜਿਸ ਤਰ੍ਹਾਂ ਜਿਵੇਂ ਜੁਡੀਸ਼ੀਅਲ ਬੈਕਗ੍ਰਾਉਂਡ ਦੀ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਦਾ ਪਿਛੋਕੜ ਹੋਵੇ, ਕਿਸੇ ਤਰੀਕੇ ਨਾਲ ਜੱਜ ਰਹੇ ਹੋਣ, ਲੰਬੀ ਦੇਰ ਵਕਾਲਤ ਕੀਤੀ ਹੋਵੇ। 3 ਜੱਜ ਜਦੋਂ ਆ ਗਏ ਨੇ, ਕਾਨੂੰਨ ਮੰਤਰੀ ਉਹਦੇ ਵਿੱਚ ਹੈਗਾ, ਤੇ ਇਹ ਸਾਰੇ ਤਿੰਨੇ ਤਾਂ ਜੁਡੀਸ਼ੀਅਲ ਪਿਛੋਕੜ ਵਾਲੇ। ਕਾਨੂੰਨ ਮੰਤਰੀ ਦਾ ਕਾਨੂੰਨੀ ਪਿਛੋਕੜ ਨਹੀਂ, ਕਿ ਜਿਹੜੀ ਬਾਡੀ ਹੈ, ਜਿਵੇਂ ਬਾਰ ਕਾਉਂਸਲ ਆਫ ਇੰਡੀਆ, ਇਹਦੀ ਵਕੀਲਾਂ ਦੀ ਇੱਕ ਬਾਡੀ ਹੈ, ਉਹਨਾਂ ਵੱਲੋਂ ਵੀ ਹੋਣਾ ਚਾਹੀਦਾ। ਜਿਵੇਂ ਕਿ ਜਿਸ ਜੱਜ ਦਾ ਨਾਮ ਜਾ ਰਿਹਾ ਹੈ, ਜਿਸ ਐਲੀਵੇਸ਼ਨ ਲਈ ਜਾ ਰਿਹਾ ਹੈ, ਉਸ ਦੇ ਬਾਰੇ ਪਹਿਲਾਂ ਨਾਮ ਵਕੀਲ ਕਮਿਊਨਿਟੀ 'ਚ ਆਉਣਾ ਚਾਹੀਦਾ ਕਿ ਇਸ ਜੱਜ ਦਾ ਨਾਮ ਜਾ ਰਿਹਾ ਹੈ। ਜਿਵੇਂ ਕਿ ਗਦਾਰਾ ਜੀ ਨੇ ਕਿਹਾ ਕਿ ਉੱਪਰੋਂ ਪਤਾ ਲੱਗਦਾ ਹੈ ਕਿ ਜਦੋਂ ਅਪਾਇੰਟਮੈਂਟ ਹੋ ਜਾਂਦੀ ਹੈ ਉਸ ਟਾਈਮ ਪਤਾ ਲੱਗਦਾ ਹੈ ਕਿ ਫਲਾਣਾ ਜੱਜ ਸਾਹਿਬ ਆ ਰਹੇ ਨੇ। ਸਾਰੇ ਦੇਸ਼ ਨੂੰ ਪਤਾ ਲੱਗਦਾ ਹੈ ਜਦੋਂ ਅਪਾਇੰਟਮੈਂਟ ਪਾਈਪਤੀ ਜਿਹਦੀ ਹੋਣੀ ਇਹ ਦੋਸਤ ਦੀ ਇੱਕ ਜਿਹੜੀ ਗੱਲ ਮੈਂ ਕਹਿਣਾ, ਸੀਕ੍ਰੀਟ ਹੀ ਹੁੰਦੀ ਹੈ। ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹ ਰਹੀ ਹਾਂ ਕਿ ਵੰਸ਼ਵਾਦੀ ਜਿਹੜੀ ਹੈ ਐਗਜ਼ੈਕਟਿਵ ਨੂੰ ਛੱਡ ਕੇ ਪੋਲਿਟਿਕਸ 'ਚ ਵੀ ਹੈ ਤੇ ਜੁਡੀਸ਼ਰੀ ਦੇ ਵਿੱਚ ਵੀ, ਐਗਜ਼ੈਕਟਿਵ ਦੇ ਵਿੱਚ ਕਿਉਂਕਿ ਟੈਸਟ ਰਾਹੀਂ ਆਉਂਦੇ ਨੇ, ਇਸ ਲਈ ਉੱਥੇ ਵੰਸ਼ਵਾਦ ਦੀ ਕੋਈ ਗੁੰਜਾਇਸ਼ ਨਹੀਂ ਹੈ। ਹਾਈ ਕੋਰਟ ਦੇ ਜੱਜ ਬਣਨ ਲਈ ਤਾਂ ਤੁਹਾਨੂੰ ਕੋਈ ਟੈਸਟ ਵੀ ਨਹੀਂ ਦੇਣਾ ਪੈਂਦਾ।
ਉਹ ਤਾਂ ਤੁਹਾਨੂੰ ਅਪਾਇੰਟਮੈਂਟ ਹੀ ਸਿੱਧੀ ਪਤਾ ਲੱਗਦੀ ਹੈ ਵੀ ਅਪਾਇੰਟਮੈਂਟ ਹੋ ਗਈ ਜੇ ਤੁਹਾਡੇ ਕਿਸੇ ਨਾਲ ਨੈਕਸਸ ਹੈ ਦੈਨ ਯੂ ਆਰ ਅਪਾਇੰਟਡ ਐਜ਼ एक सुजैशन मैं ना कि इस वक्त जो ईवन उन्होंने रखे है 3 जुडिशरी ते 3 दूसरे गए मेरे ओपीनियन ये है कि जो जुडिशरी के सिटिंग जजेस ने ना वो 1/3 तो ज़्यादा नहीं होने चाहिए जी सो दैट देखो जजेस इन्फ्लुएंस कर दे जी और ये प्रेजेंस इट्स सब जी ना आउट ऑफ रिस्पेक्ट आउट ऑफ जो भी चीज़ समझ लो वो असर करती हैगी जी ਤੁਸੀਂ ਕੁੱਲ ਮਿਲਾ ਕੇ ਮਤਲਬ ਤੁਸੀਂ तमाम ਫਰਕੇ ਦੇ ਬਾਵਜੂਦ ਇਸ ਗੱਲ ਦੇ ਉੱਤੇ ਮੰਨਦੇ ਹੋ ਕਿ ਵੀ ਇਹਦੇ ਵਿੱਚ ਉੱਤੇ ਨਵੇਂ ਤਰੀਕੇ ਨਾਲ ਵਿਚਾਰ ਹੋਣਾ ਚਾਹੀਦਾ, 3 ਜੱਜ ਨਹੀਂ ਹੋਣੇ ਚਾਹੀਦੇ, ਵੱਧ ਮੈਂਬਰ ਹੋਣੇ ਚਾਹੀਦੇ ਨੇ, ਵੱਖਰੇ ਵੱਖਰੇ ਪਿਛੋਕੜ ਵਾਲੇ ਬੰਦੇ ਹੋਣੇ ਚਾਹੀਦੇ ਨੇ ਔਰ ਜੁਡੀਸ਼ਰੀ ਦੇ ਜਿਹੜੇ ਮੈਂਬਰਸ ਹੋਣ ਨਾ ਉਹ ਦੈਟ ਸ਼ੁਡ ਨਾਟ ਬੀ ਮੋਰ ਦੈਨ 1/3 ਜੀ ਰਜੀਵ वन हाफ ਦੇ ਆਏਗਾ ਨਾ ਤੇ ਮੁਸ਼ਕਲ ਕ੍ਰੀਏਟ ਹੋਏਗੀ ਜੀ ਕਿਉਂਕਿ ਫਿਰ ਕੋਈ ਫਰਕ ਨਹੀਂ ਰਹਿ ਜਾਏਗਾ ਇਹ ਤੁਹਾਨੂੰ ਦੱਸਾਂ ਜੀ ਸਿਰਫ 2 ਫਿਕਰਿਆਂ ਹਾਂ ਇੱਕ ਤਾਂ ਜੁਡੀਸ਼ਰੀ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਜ਼ਿਆਦਾ ਹੈ ਐਗਜ਼ੀਕਿਊਟਿਵ ਦੀ ਜ਼ਿਆਦਾ ਹੈ ਇਹਨਾਂ ਦੋਵਾਂ ਦੀ ਘਟਾ ਕੇ ਇਹਦੀ ਬਜਾਏ ਜਿਹੜਾ ਪਾਰਲੀਮੈਂਟ ਜਾਂ ਵਿਪਕਸ਼ ਜਿਹੜਾ ਉਹਦਾ ਜਾਂ ਈਵਨ ਸਿਵਲ ਸੁਸਾਇਟੀ ਜਿਹੜੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਉਹ ਏਕਾ ਬਣਨ ਦੀ ਜਿਹੜੀ ਸੰਭਾਵਨਾ ਉਹ ਖਤਮ ਹੁੰਦੀ ਉਹ ਕਰਨਾ ਚਾਹੀਦਾ। ਦੂਜਾ ਜਿਹੜਾ ਗਗਨ ਨੇ ਕਿਹਾ ਟੈਸਟ ਵਾਲੀ ਕੋਈ ਗੱਲ ਕੀਤੀ ਮੈਨੂੰ ਨਹੀਂ ਲੱਗਦਾ ਹਾਈ ਕੋਰਟ ਦੇ ਜੱਜ ਵਾਸਤੇ ਤੁਸੀਂ ਇਹ ਕਹੋਗੇ ਕਿ ਟੈਸਟ ਹੋਣਾ ਚਾਹੀਦਾ। ਨਹੀਂ ਮੈਂ ਇਹ ਨਹੀਂ ਕਹਿ ਰਹੀ ਕਿ ਉਹਦੇ ਲਈ ਟੈਸਟ ਹੋਣਾ ਚਾਹੀਦਾ। ਚਲੋ ਆਪਾਂ ਇਹ ਟੈਸਟ ਸਿਲੈਕਸ਼ਨ ਹੈ ਆਪਾਂ ਲੋਕਾਂ ਦੀ ਨਹੀਂ ਟੈਸਟ ਇੱਕ ਤਰ੍ਹਾਂ ਦਾ ਹੋਣਾ ਚਾਹੀਦਾ ਲੋਕਾਂ ਦੀ ਸਕਰੂਟਨੀ ਦਾ ਜਿਹੜਾ ਟੈਸਟ ਹੈ ਉਹਦੇ ਉੱਤੇ ਖਰਾ ਕਰਨਾ ਹੀ ਚਾਹੀਦਾ। ਜੇ ਉਹ ਨਹੀਂ ਕਰੋਗੇ ਤੇ ਕੋਈ ਕਮਿਸ਼ਨ ਕੰਮ ਨਹੀਂ ਕਰ ਸਕੇਗਾ। ਚੈੱਕ ਐਂਡ ਬੈਲੈਂਸ ਹੋਣੇ ਦੇ ਵਿੱਚ ਹੈ ਨਹੀਂ ਕਿਉਂਕਿ ਸੁਪਰੀਮ ਕੋਰਟ ਦੇ 3 ਜੱਜ ਜਿਹੜੇ ਹੋਣਗੇ ਉਹਨਾਂ ਦੇ ਬਾਰੇ ਇਹ ਕਮਿਸ਼ਨ ਕੋਈ ਫੈਸਲਾ ਨਹੀਂ ਕਰ ਸਕਦਾ ਕਿਉਂਕਿ ਇਹਦੇ ਮੈਂਬਰ ਨੇ। ਜੀ ਤੁਸੀਂ ਤਿੰਨੇ ਅੱਜ ਦੀ ਇਸ ਚਰਚਾ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੌਜੂਦਾ ਪ੍ਰਬੰਧ ਉੱਤੇ ਕਈ ਸਵਾਲ ਨੇ ਜਿਸ ਨਾਲ ਇਸ ਨੂੰ ਬਦਲਣ ਦੀ ਲੋੜ ਪਈ ਹੈ, ਪਰ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਬਿੱਲ ਦਾ ਖਰੜਾ ਵੀ ਸਵਾਲਾਂ ਦੇ ਘੇਰੇ ਤੋਂ ਬਾਹਰ ਨਹੀਂ ਹੈ। ਇਸ ਵੇਲੇ ਜ਼ਰੂਰੀ ਹੈ ਕਿ ਇਹਨਾਂ ਸਾਰੇ ਸਵਾਲਾਂ ਨੂੰ ਵਿਚਾਰਿਆ ਜਾਏ ਤਾਂ ਜੋ ਨਵਾਂ ਕਾਨੂੰਨ ਬਿਹਤਰ ਹੋ ਸਕੇ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।